ਸਰੀਰਕ ਤੌਰ ਤੇ ਹਾਜ਼ਰੀਆਂ ਭਰ ਰਹੇ ਜਾਂ ਆਪਣੇ ਗ੍ਰਹਿ ਵਿਖੇ ਆਤਮਿਕ ਤੌਰ ਤੇ ਮਨ ਕਰਕੇ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਇਹ ਜੋ ਪਾਵਨ ਦਿਹਾੜੇ ਇਸ ਸਮੇਂ ਬਤੀਤ ਹੋ ਰਹੇ ਨੇ, ਆਪ ਜੀ ਜਾਣਦੇ ਹੋ ਇਹਨਾਂ ਪਾਵਨ ਦਿਹਾੜਿਆਂ ਦੇ ਵਿੱਚ ਕੌਮ ਦਾ ਜੋ ਇਤਿਹਾਸ ਸਿਰਜਿਆ ਗਿਆ, ਸੱਚ ਕਹਦੇ ਹਾਂ ਧੰਨ ਕਲਗੀਧਰ ਪਾਤਸ਼ਾਹ ਦੇ ਸਮੁੱਚੇ ਪਰਿਵਾਰ ਦੀ ਪਾਵਨ ਸ਼ਹੀਦੀ ਸਦਕਾ ਹੀ ਅੱਜ ਕੌਮ ਬੁਲੰਦੀਆਂ ਦਾ ਆਨੰਦ ਮਾਣ ਰਹੀ ਹੈ। ਇਹ ਕਹਿਣਾ ਬੜਾ ਸੌਖਾ ਹੈ ਕਿ ਨਿੱਕੇ ਨਿੱਕੇ ਬਾਲਕ ਗੁਰੂ ਕੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣੇ ਗਏ। ਬੜਾ ਸੌਖਾ ਹੈ। ਬੇਨਤੀ ਕਰਾਂ, ਆਪਣੇ ਬੱਚੇ ਨੂੰ ਕਿਤੇ ਕੰਡਾ ਚੁੱਭ ਜਾਵੇ ਨਾ ਤੇ ਮਾਂ ਦੇ ਹਲਕ ਦੇ ਵਿੱਚੋਂ ਬੁਰਕੀ ਨਹੀਂ ਜੇ ਲੰਘਦੀ। ਬੱਚੇ ਨੂੰ ਕੁਰਲਾਉਂਦਿਆਂ ਵੇਖ ਕੇ, ਰੋਂਦਿਆਂ ਵੇਖ ਕੇ ਮਾਂ ਦਾ ਹੀਆ ਨਹੀਂ ਪੈਂਦਾ ਕਿ ਮੈਂ ਕੋਈ ਬੁਰਕੀ ਅੰਦਰ ਲਗਾਵਾਂ, ਪਾਣੀ ਦਾ ਘੁੱਟ ਅੰਦਰ ਲਗਾਵਾਂ। ਮਾਣ ਕਰਿਆ ਕਰੋ ਕਲਗੀਧਰ ਪਾਤਸ਼ਾਹ ਤੇ। ਇੱਕ ਛੋਟੀ ਬਾਤ ਨਹੀਂ, ਪੂਰਾ ਇਤਿਹਾਸ ਆਪ ਜੀ ਪਿਛਲੇ ਲੰਮੇਰੇ ਸਮੇਂ ਤੋਂ ਲੜੀਵਾਰ ਕਈ ਗੁਰਮੁਖ ਪਿਆਰਿਆਂ ਤੋਂ, ਕਈ ਚੈਨਲਸ ਤੋਂ ਸਰਵਣ ਕਰ ਰਹੇ ਹੋ। ਇਸ ਪਾਵਨ ਅਸਥਾਨ ਤੋਂ ਵੀ ਨਿਤਾ ਪ੍ਰਤੀ ਇਤਿਹਾਸ ਨੂੰ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਪਰ ਦੋਏ ਕਰ ਜੋੜ ਇੱਕ ਬੇਨਤੀ ਜ਼ਰੂਰ ਕਰਾਂ। ਕੱਲ ਕ੍ਰਿਸਮਸ ਦਾ ਦਿਹਾੜਾ ਲੰਘਿਆ, ਮੁਬਾਰਕ ਹੈ ਸਾਡੇ ਜਿਹੜੇ ਈਸਾਈ ਵੀਰ ਨੇ, ਉਹਨਾਂ ਦਾ ਦਿਨ ਹੈ। ਪਰ ਅੱਜ ਆਪਣੇ ਅੰਦਰੋਂ ਅੰਦਰੀ ਜ਼ਰੂਰ ਝਾਤ ਪਾਉਣਾ, ਆਪਣੇ ਪਰਿਵਾਰਾਂ ਵਿੱਚ ਜ਼ਰੂਰ ਝਾਤ ਪਾਉਣਾ। ਤੁਹਾਡੇ ਵਿੱਚੋਂ, ਤੁਹਾਡੇ ਪਰਿਵਾਰਾਂ ਵਿੱਚੋਂ ਕਿੰਨਿਆਂ ਨੇ ਇੱਕ ਦੂਜੇ ਨੂੰ ਕ੍ਰਿਸਮਸ ਦੀ ਵਧਾਈ ਤਾਂ ਦਿੱਤੀ ਹੋਣੀ ਹੈ, ਆਪਣੇ ਬੱਚਿਆਂ ਨੂੰ ਸੈਂਟਾ ਕਲੌਜ਼ ਵੀ ਬਣਾਇਆ ਹੋਣਾ ਹੈ। ਪਰ ਮਾਫ ਕਰਨਾ, ਅੱਜ ਆਪਣੇ ਆਪ ਤੋਂ ਇੱਕ ਸਵਾਲ ਜ਼ਰੂਰ ਪੁੱਛਣਾ, ਕੱਲ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਕਿਸੇ ਨੇ ਭਾਵਨਾ ਨਾਲ ਨਿਤਨੇਮ ਦਾ ਪਾਠ ਕੀਤਾ, ਜਾਂ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ? ਜੇ ਨਹੀਂ ਨਾ ਲਵਾਈ ਤੇ ਫਿਰ ਅਸੀਂ ਕੇਵਲ ਗੱਲੀਂ ਬਾਤੀਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਸਿੱਖੀ ਗੱਲਾਂ ਬਾਤਾਂ ਦਾ ਨਾਮ ਨਹੀਂ, ਪ੍ਰੈਕਟੀਕਲ ਜੀਵਨ ਦਾ ਨਾਮ ਹੈ। ਉਹ ਨਿੱਕੀਆਂ ਜਿੰਦਾਂ ਪੰਥ ਦੇ ਭਲੇ ਖਾਤਰ ਨੀਹਾਂ ਦੇ ਵਿੱਚ ਚਿਣੀਆਂ ਗਈਆਂ। ਜੇ ਅਸੀਂ ਇੰਨਾ ਵੀ ਵਕਤ ਨਹੀਂ ਕੱਢ ਸਕੇ ਕਿ ਕਲਗੀਧਰ ਪਾਤਸ਼ਾਹ ਦਾ ਬਚਨ ਮੰਨ ਕੇ ਰਹਿਤ ਮਰਿਆਦਾ ਦੇ ਅਨੁਸਾਰ ਕਦਮ ਪੁੱਟ ਸਕੀਏ, ਫਿਰ ਮਾਫ ਕਰਨਾ ਅਸੀਂ ਕਾਹਦੇ ਸਿੱਖ ਹੋਏ? ਕਲਗੀਧਰ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸੀ 1699 ਦੀ ਵਿਸਾਖੀ, ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ, ਕਦੇ ਵਿਚਾਰ ਕਰਨਾ, ਸਤਿਗੁਰਾਂ ਨੇ ਜਦੋਂ ਖਾਲਸਾ ਸਜਾਉਣਾ ਸੀ, ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਸੀ, ਕਦੇ ਵਿਚਾਰ ਕਰਿਓ ਸੱਚੇ ਪਾਤਸ਼ਾਹ ਨੇ ਖੰਡਾ ਹੀ ਕਿਉਂ ਵਰਤਿਆ? ਜੇ ਕੇਵਲ ਪਤਾਸੇ ਘੋਲਣੇ ਸਨ, ਕਲਗੀਧਰ ਪਾਤਸ਼ਾਹ ਸ੍ਰੀ ਸਾਹਿਬ ਦੇ ਨਾਲ ਕਿਰਪਾਨ ਦੇ ਨਾਲ ਵੀ ਤਾਂ ਪਤਾਸੇ ਘੋਲ ਸਕਦੇ ਸਨ। ਸਤਿਗੁਰੂ ਜੀ ਤੀਰ ਦੇ ਨਾਲ ਵੀ ਪਤਾਸੇ ਘੋਲ ਸਕਦੇ ਸਨ, ਜਾਂ ਕੋਈ ਕਟਾਰ ਵਰਤ ਸਕਦੇ ਸਨ। ਕਲਗੀਧਰ ਪਾਤਸ਼ਾਹ ਦਾ ਇਤਿਹਾਸ ਪੜ੍ਹੋ ਨਾ, ਤੇ ਮੇਰੇ ਸਤਿਗੁਰੂ ਚੋਜੀ ਪ੍ਰੀਤਮ ਜੀ ਦਾ ਜਿਹੜਾ ਨਿਤ ਦਾ ਬਾਣਾ ਸੀ ਨਾ, ਸਤਿਗੁਰੂ ਜੋ ਬਾਣਾ ਧਾਰਨ ਕਰਦੇ ਸਨ ਉਹਦੇ ਵਿੱਚ ਖੰਡਾ ਧਾਰਨ ਨਹੀਂ ਸਨ ਕਰਦੇ। ਸਤਿਗੁਰਾਂ ਦੇ ਗਲ ਵਿੱਚ, ਗਾਤਰੇ ਦੇ ਵਿੱਚ ਵੱਡੀ ਸ੍ਰੀ ਸਾਹਿਬ, ਸਤਿਗੁਰਾਂ ਦੇ ਕਮਰ ਕੱਸੇ ਦੇ ਵਿੱਚ ਕਟਾਰ, ਤੇ ਸੱਚੇ ਪਾਤਸ਼ਾਹ ਦੇ ਮੋਢੇ ਤੇ ਤੀਰਾਂ ਦਾ ਭੱਥਾ ਸੁਭਾਇਮਾਨ ਹੁੰਦਾ ਸੀ।
ਖੰਡਾ ਨਹੀਂ ਸੀ ਸਤਿਗੁਰਾਂ ਨੇ ਧਾਰਨ ਕੀਤਾ। ਇੱਥੋਂ ਤੱਕ ਕਿ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਸੱਚੇ ਪਾਤਸ਼ਾਹ ਜੀ ਨੇ 5 ਸੀਸ ਮੰਗੇ ਨਾ, ਇੱਕ ਇੱਕ ਕਰਕੇ, ਤੇ ਇਤਿਹਾਸ ਆਪ ਜੀ ਜਾਣਦੇ ਹੋ, ਉਸ ਸਮੇਂ ਵੀ ਸਤਿਗੁਰਾਂ ਦੇ ਹੱਥਾਂ ਵਿੱਚ ਕਿਰਪਾਨ ਸੀ। ਜਦੋਂ ਸਤਿਗੁਰਾਂ ਨੇ ਇੱਕ ਇੱਕ ਸੀਸ ਝਟਕਾਇਆ, ਮਹਾਰਾਜ ਦੇ ਮੁਬਾਰਕ ਦਸਤ ਕਮਲ ਦੇ ਵਿੱਚ ਕਿਰਪਾਨ ਸੀ, ਖੰਡਾ ਨਹੀਂ ਸੀ। ਜਦੋਂ ਸੱਚੇ ਪਾਤਸ਼ਾਹ ਜੀ ਨੇ 5 ਸੀਸ ਲਏ, 5 ਪਿਆਰੇ ਜਦੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਨਮੁਖ ਪ੍ਰਗਟ ਹੋਏ, ਉਹਨਾਂ ਦੇ ਸੀਸ ਵੱਢੇ, ਮਹਾਰਾਜ ਨੇ ਕਿਰਪਾਨ ਮਿਆਨ ਦੇ ਵਿੱਚ ਪਾ ਲਈ। ਜਦੋਂ ਬਾਟਾ ਤਿਆਰ ਕਰਨਾ ਸੀ, ਸੱਚੇ ਪਾਤਸ਼ਾਹ ਨੇ ਖੰਡਾ ਪ੍ਰਗਟ ਕੀਤਾ। ਇਸ ਗੱਲ ਨੂੰ ਵਿਚਾਰਿਓ, ਆਖਰ ਇਹਦੇ ਪਿੱਛੇ ਸਤਿਗੁਰੂ ਸਾਨੂੰ ਕਿਹੜਾ ਸਿਧਾਂਤ ਬਖਸ਼ਿਸ਼ ਕਰ ਰਹੇ ਨੇ। ਅਸੀਂ ਸਿੱਖੀ ਦੇ ਮੂਲ ਸਿਧਾਂਤ ਨੂੰ ਜਾਣੀਏ। ਖੰਡਾ ਇੱਕ 2 ਧਾਰਾ ਸ਼ਸਤਰ ਹੈ। ਖੰਡੇ ਦਾ ਅਰਥ ਕੀ ਹੈ? ਖੰਡ ਖੰਡ ਕਰਨ ਵਾਲਾ। ਖੰਡਾ ਕੇਵਲ ਦੁਰਮਤ ਨੂੰ, ਮਨਮਤ ਨੂੰ ਖੰਡ ਖੰਡ ਨਹੀਂ ਜੇ ਕਰਦਾ, ਸਗੋਂ ਖੰਡਾ ਜਿਹੜਾ ਹੈ ਮੌਤ ਦਾ ਪ੍ਰਤੀਕ ਹੈ। ਗੱਲ ਵਿਚਾਰਨ ਵਾਲੀ ਹੈ। ਜਦੋਂ ਕਲਗੀਧਰ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦੇ ਆ, ਚੰਡੀ ਦੀ ਵਾਰ, ਜਿਹੜੀ ਦੂਜੀ ਪੌੜੀ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਬਿਆਨ ਕੀਤੇ ਨੇ ਕਿ ਨਿਰੰਕਾਰ ਪਰਮੇਸ਼ਵਰ ਨੇ ਜਦੋਂ ਇਸ ਕੁਦਰਤ ਦੀ, ਕਾਇਨਾਤ ਦੀ ਸਿਰਜਣਾ ਕੀਤੀ ਨਾ, ਤੇ ਮਨੁੱਖ ਨੂੰ, ਜੀਵ ਨੂੰ ਪੈਦਾ ਕਰਨ ਤੋਂ ਪਹਿਲਾਂ ਮੌਤ ਪੈਦਾ ਕੀਤੀ। ਮੌਤ ਪਹਿਲਾਂ। ਤੁਸੀਂ ਪੜ੍ਹੋ ਬਚਨ ਕਲਗੀਧਰ ਪਾਤਸ਼ਾਹ ਦੇ, ਖੰਡਾ ਪ੍ਰਿਥਮੈ ਸਾਜਕੈ ਜਿਨ ਸਭ ਸੈਸਾਰ ਉਪਾਇਆ, ਬ੍ਰਹਮਾ ਬਿਸ਼ਨ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ, ਤੈਂ ਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਬੜੇ ਬੜੇ ਮੁਨ ਦੇਵਤੇ ਕਈ ਜੁਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਕਲਗੀਧਰ ਪਾਤਸ਼ਾਹ ਅਕਾਲ ਪੁਰਖ ਦੀ ਉਸਤਤ ਕਰਦੇ ਆਏ ਬਚਨ। ਤੇ ਸੱਚੇ ਪਾਤਸ਼ਾਹ ਸਮਝਾਉਣਾ ਕੀ ਚਾਹੁੰਦੇ ਨੇ ਕਿ ਜਨਮ ਤੋਂ ਪਹਿਲਾਂ ਪਰਮੇਸ਼ਵਰ ਨੇ ਜੀਵ ਦੀ ਮੌਤ ਨਿਸ਼ਚਿਤ ਕੀਤੀ। ਗੁਰਬਾਣੀ ਦੇ ਵਿੱਚ ਥਾਂ ਥਾਂ ਤੇ ਪ੍ਰਮਾਣ ਨੇ। ਸਤਿਗੁਰਾਂ ਨੇ ਅੰਮ੍ਰਿਤ ਦੇ ਬਾਟੇ ਵਿੱਚ ਖੰਡੇ ਦੀ ਧਾਰ ਕਿਉਂ ਸ਼ਾਮਲ ਕੀਤੀ? ਕਿ ਸਿੱਖ ਨੂੰ ਜੀਵਨ ਤੋਂ ਪਹਿਲਾਂ ਮੌਤ ਦਾ ਭੈ ਮੁੱਕ ਜਾਏ। ਧੰਨ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਦੇ ਵਿੱਚ ਸਿੱਖ ਨੂੰ ਇਸ ਮਾਰਗ ਤੇ ਤੁਰਨ ਦਾ ਹੁਕਮ ਕੀਤਾ ਸੀ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਬਾਬੇ ਨਾਨਕ ਦੇ ਬਚਨ ਨੇ। ਸਿੱਖੀ ਦੇ ਮਾਰਗ ਤੇ ਤੁਰਨਾ, ਸੀਸ ਤਲੀ ਤੇ ਧਰਨਾ ਪਏਗਾ। ਉਸੇ ਮਾਰਗ ਤੇ ਤੁਰਦਿਆਂ, ਕਿਉਂਕਿ ਇਹ ਗੱਲ ਸਾਹਿਬਜ਼ਾਦਿਆਂ ਨੂੰ ਸਮਝ ਆ ਗਈ, ਭਾਵੇਂ ਦੁਨਿਆਵੀ ਆਰਜਾ ਨਿੱਕੀ ਹੈ, ਅਸੀਂ ਵੱਡੀਆਂ ਉਮਰਾਂ ਬਿਤਾ ਕੇ, ਹੰਢਾ ਕੇ ਵੀ ਗੁਰੂ ਦੀ ਇਹ ਗੱਲ, ਇਹ ਸਿਧਾਂਤ ਨਹੀਂ ਸਮਝ ਸਕੇ। ਸਾਹਿਬਜ਼ਾਦਿਆਂ ਦੇ ਅੰਦਰੋਂ ਮੌਤ ਦਾ ਭੈ ਕਿਉਂ ਦੂਰ ਹੋ ਗਿਆ? ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨੂੰ, ਗੁਰੂ ਨਾਨਕ ਦੇ ਘਰ ਦੇ ਸਨੇਹੇ ਨੂੰ ਬਾਕਮਾਲ ਢੰਗ ਦੇ ਨਾਲ ਹਿਰਦੈ ਧਾਰਨ ਕੀਤਾ। ਮੌਤ ਦਾ ਭੈ ਜਦੋਂ ਅੰਦਰੋਂ ਨਿਕਲ ਜਾਵੇ ਨਾ, ਤੇ ਫਿਰ ਸਮੇਂ ਦੇ ਬਾਦਸ਼ਾਹ, ਸਮੇਂ ਦੀ ਹਕੂਮਤ ਜਿੰਨੇ ਮਰਜ਼ੀ ਪਏ ਯਤਨ ਕਰਨ। ਆ ਵੇਖੋ ਅੱਜ ਦੇ ਪਾਵਨ ਬਚਨ, ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਰਥਾਏ ਜੋ ਭੱਟਾਂ ਨੇ, ਸਲ ਭੱਟ ਜੀ ਨੇ ਜੋ ਬਚਨ ਉਚਾਰਨ ਕੀਤੇ ਨੇ, ਇੱਕ ਇੱਕ ਅੱਖਰ ਦੇ ਵਿੱਚੋਂ ਪੰਚਮ ਪਾਤਸ਼ਾਹ ਦੇ ਪ੍ਰਤੀ ਸ਼ਰਧਾ ਤੇ ਭਾਵਨਾ ਪ੍ਰਗਟ ਹੁੰਦੀ ਹੈ। ਅੱਜ ਅਰਦਾਸ ਕਰਿਓ, ਸਤਿਗੁਰੂ ਉਹ ਭਾਵਨਾ ਕਿਤੇ ਸਾਡੇ ਅੰਦਰ ਵੀ ਪ੍ਰਗਟ ਹੋਵੇ ਜਿਹੜੀ ਭੱਟਾਂ ਨੇ
ਆਪਣੀ ਮੁਬਾਰਕ ਰਸਨਾ ਤੋਂ ਬਿਆਨ ਕਰਕੇ ਤੁਹਾਡੇ ਜਸ ਗਾਇਨ ਕੀਤੇ ਨੇ। ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 1406 ਤੇ 7 ਅੰਗ ਤੇ ਸੁਭਾਇਮਾਨ। ਸਵਈਏ ਮਹੱਲੇ ਪੰਜਵੇਂ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਨੂੰ ਇੱਕ ਓੰਕਾਰ ਨਹੀਂ ਪੜ੍ਹਨਾ। ਕਈ ਵਾਰ ਜ਼ਿੰਦਗੀ ਬੀਤ ਜਾਂਦੀ ਹੈ, ਅਸੀਂ ਇੱਕ ਓੰਕਾਰ ਦਾ ਵੀ ਸਹੀ ਉਚਾਰਨ ਨਹੀਂ ਕਰਦੇ। ਇਹ ਮੂਲ ਹੈ। ਜੇ ਮੂਲ ਨੂੰ ਨਹੀਂ ਜਾਣਿਆ, ਜੀਵਨ ਗਰਕ ਹੋ ਜਾਏਗਾ। ਇਹਨੂੰ ਇੱਕ ਓੰਕਾਰ ਵੀ ਨਹੀਂ ਪੜ੍ਹਨਾ ਤੇ ਇੱਕ ਓਮਕਾਰ ਵੀ ਨਹੀਂ ਪੜ੍ਹਨਾ। ਇਹਦਾ ਸ਼ੁੱਧ ਉਚਾਰਨ ਹੈ ਇੱਕ ਓੰਕਾਰ। ਉਹ ਪਰਮਾਤਮਾ ਇੱਕ ਹੈ, ਗੋਡ ਇਜ਼ ਵਨ। ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਦੇ ਤਰਸ ਸਦਕਾ। ਇਹਨੂੰ ਪ੍ਰਸਾਦ ਵੀ ਨਹੀਂ ਪੜ੍ਹਨਾ, ਪੱਪੇ ਦੇ ਪੈਰਾਂ ਵਿੱਚ ਰਾਰਾ ਪ੍ਰਸਾਦ। ਸਿਮਰੰ ਸੋਈ ਪੁਰਖ ਅਚਲ ਅਬਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ। ਪਟਸਲ ਜੀ, ਜਿਨ੍ਹਾਂ ਨੇ ਗੁਰੂ ਨੂੰ ਪਛਾਣਿਆ, ਜਿਨ੍ਹਾਂ ਨੇ ਗੁਰੂ ਪੰਚਮ ਪਾਤਸ਼ਾਹ ਦੀ ਸੰਗਤ ਕੀਤੀ, ਜਿਨ੍ਹਾਂ ਨੇ ਗੁਰੂ ਦੇ ਕੌਤਕ ਤੇ ਅਚਰਜ ਅੱਖੀਂ ਡਿੱਠੇ, ਜਿਨ੍ਹਾਂ ਨੇ ਆਪ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਖੁਸ਼ੀਆਂ ਪ੍ਰਾਪਤ ਕੀਤੀਆਂ, ਬਚਨ ਕਰਦੇ ਨੇ, ਮੈਂ ਉਸ ਸੋਹਣੇ ਰੱਬ ਨੂੰ, ਵਾਹਿਗੁਰੂ ਨੂੰ ਧਿਆਣਾ ਕਰਦਾ ਹਾਂ, ਉਸ ਨੂੰ ਸਦਾ ਚਿੱਤ ਵਿੱਚ ਧਿਆ ਕੇ ਉਸ ਦੇ ਚਰਨਾਂ ਵਿੱਚ ਜੁੜਨਾ ਕਰਦਾ ਹਾਂ। ਸਿਮਰੰ ਸੋਈ ਪੁਰਖ ਅਚਲ ਅਬਨਾਸੀ, ਜੋ ਅਚਲ ਹੈ, ਚਲਾਇਮਾਨ ਨਹੀਂ, ਸਦਾ ਥਿਰ ਹੈ, ਅਬਿਨਾਸੀ ਹੈ। ਨਾ ਉਹ ਮਰਦਾ ਹੈ ਨਾ ਮੁੱਕਦਾ ਹੈ, ਅਬਿਨਾਸੀ, ਸਦਾ ਥਿਰ ਰਹਿਣ ਵਾਲਾ, ਜਿਹੜਾ ਕਦੇ ਬਿਨਸਦਾ ਨਹੀਂ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਗੁਰੂ ਨੇ ਸਾਨੂੰ ਉਹਦੇ ਲੜ ਲਾਇਆ। ਗੁਰੂ ਨੇ ਸਾਨੂੰ ਕਿਸੇ ਮਿੱਟੀ ਦੇ ਮੂਰਤੀ ਦੇ ਲੜ ਨਹੀਂ ਜੇ ਲਾਇਆ, ਸਾਨੂੰ ਸ਼ਬਦ ਦੇ ਲੜ ਲਾਇਆ, ਜੋ ਸਦਾ ਜੀਵੰਤ ਹੈ, ਜੋ ਸਦਾ ਥਿਰ ਰਹਿਣ ਵਾਲਾ ਹੈ। ਉਹ ਕੌਣ ਹੈ? ਜਿਸ ਸਿਮਰਤ ਦੁਰਮਤ ਮਲ ਨਾਸੀ, ਜਿਹਦੇ ਸਿਮਰਨ ਕੀਤਿਆਂ ਜੀਵਨ ਵਿੱਚੋਂ ਦੁਰਮਤ ਮੈਲ ਦਾ ਨਾਸ ਹੁੰਦਾ ਹੈ, ਮੰਦੀ ਵਾਸਨਾ, ਭੈੜੀ ਮਤ ਬਿਨਸ ਜਾਂਦੀ ਹੈ। ਸਤਿਗੁਰ ਚਰਨ ਕਵਲ ਰਿੱਧ ਧਾਰੰ, ਮੈਂ ਸਤਿਗੁਰੂ ਪਰਮੇਸ਼ਵਰ ਦੇ ਪਾਵਨ ਪਵਿੱਤਰ ਚਰਨ ਆਪਣੇ ਹਿਰਦੇ ਵਿੱਚ ਧਾਰਨ ਕੀਤੇ ਹੋਏ ਨੇ। ਗੁਰ ਅਰਜਨ ਗੁਣ ਸਹਿਜ ਵਿਚਾਰੰ, ਮੈਂ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੋਹਣੇ ਰੱਬ ਵਰਗੇ ਗੁਣ, ਉਹਨਾਂ ਦੀ ਵਿਚਾਰ ਕਰਕੇ ਆਪਣੇ ਹਿਰਦੇ ਧਾਰਨ ਕਰਨ ਦਾ ਯਤਨ ਕਰਾਂ। ਬਚਨ ਬੜਾ ਪਿਆਰਾ ਜੇ। ਗੁਰੂ ਤੇ ਪਰਮੇਸ਼ਵਰ ਵਿੱਚ ਕੋਈ ਭੇਤ ਨਹੀਂ। ਤੁਸੀਂ ਆਏ ਹੋ ਨਾ, ਭਾਵਨਾ ਨਾਲ ਨਮਸਕਾਰ ਕੀਤੀ ਹੈ, ਪਰ ਜੇ ਅਜੇ ਹਿਰਦੇ ਵਿੱਚ ਗੱਲ ਇਹ ਹੈ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਕੋਈ ਹੋਰ ਨੇ ਤੇ ਰੱਬ ਸ਼ਾਇਦ ਕੋਈ ਹੋਰ ਏ, ਸੱਚ ਜਾਣਨਾ ਜੀਵਨ ਬੀਤ ਗਿਆ, ਅਸੀਂ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਨੂੰ ਸਮਝ ਹੀ ਨਹੀਂ ਸਕੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਤੇ ਬਾਬਾ ਜੀ ਫਰਮਾਉਂਦੇ ਨੇ, ਗੁਰ ਪਰਮੇਸ਼ਰ ਏਕੋ ਜਾਨ, ਜੋ ਤਿਸ ਭਾਵੈ ਸੋ ਪ੍ਰਵਾਨ। ਗੁਰੂ ਹੀ ਰੱਬ ਹੈ ਤੇ ਰੱਬ ਹੀ ਗੁਰੂ ਦਾ ਰੂਪ ਹੈ। ਕੇਵਲ ਖੇਡ ਸਰਗੁਣ ਤੇ ਨਿਰਗੁਣ ਦੀ ਹੈ। ਬਾਣੀ ਨੇ ਬਾਰ-ਬਾਰ ਇਸ ਕਨਸੈਪਟ ਨੂੰ ਕਲੀਅਰ ਕੀਤਾ। ਪੰਚਮ ਪਾਤਸ਼ਾਹ ਦੇ ਰੱਬ ਵਰਗੇ ਗੁਣ ਜਿਹੜੇ ਨੇ, ਭੱਟ ਜੀ ਬਚਨ ਕਰਦੇ ਨੇ, ਮੈਂ ਉਹ ਵਿਚਾਰ ਕਰਕੇ ਹਿਰਦੇ ਧਾਰਨ ਕੀਤੇ ਨੇ। ਅੱਗੋਂ ਸੱਚੇ ਪਾਤਸ਼ਾਹ ਜੀ ਉਸਤਤ ਕਰਦਿਆਂ ਭੱਟ ਜੀ ਫਰਮਾਉਂਦੇ ਨੇ, ਗੁਰ ਰਾਮਦਾਸ ਘਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ। ਚੌਥੇ ਪਾਤਸ਼ਾਹ ਮੇਰੇ ਸਤਿਗੁਰੂ ਪੂਰੇ,
ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆਗਮਨ ਹੋਇਆ। ਬੇਨਤੀ ਕਰਾਂ, ਜਿਨ੍ਹਾਂ ਸਾਹਿਬਜ਼ਾਦਿਆਂ ਦੇ ਦਿਹਾੜੇ ਮਨਾ ਰਹੇ ਹੋ ਨਾ, ਉਹ ਕਲਗੀਧਰ ਪਾਤਸ਼ਾਹ ਬਖਸ਼ਿਸ਼ਾਂ ਦੇ ਸੋਮੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੜਦਾਦਾ ਜੀ ਪੰਚਮ ਗੁਰਦੇਵ, ਉਸੇ ਲੀਕ ਤੇ ਟੁਰਦੇ ਹਾਂ ਜਿਸ ਲੀਕ ਤੇ ਬਾਬੇ ਨਾਨਕ ਨੇ ਪਾਇਆ ਸੀ। ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਛੱਡਣ ਦੀ ਗੱਲ ਕਰਦੇ ਹਾਂ, ਸਤਿਗੁਰੂ ਤ੍ਰੈਕਾਲਦਰਸੀ ਨੇ ਭਲੀ ਭਾਂਤ ਜਾਣਦੇ ਸਨ ਇਹ ਕਾਜੀ ਝੂਠ ਬੋਲ ਰਹੇ ਨੇ। ਇਹ ਜਿਹੜੇ ਪਹਾੜੀ ਰਾਜੇ ਨੇ, ਜਿਹੜੇ ਆਖਦੇ ਨੇ ਤੁਸੀਂ ਕਿਲਾ ਛੱਡ ਦਿਓ, ਅਸੀਂ ਹਮਲਾ ਨਹੀਂ ਕਰਾਂਗੇ, ਝੂਠੇ ਨੇ। ਲੇਕਿਨ ਸੱਚ ਜਾਣਨਾ, ਜਦੋਂ ਕਾਜੀ ਦੇ ਹੱਥ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਕੁਰਾਨੇ ਪਾਕ ਵੇਖੀ ਨਾ, ਬੇਨਤੀ ਕਰਾਂ, ਕੁਰਾਨੇ ਪਾਕ ਦਾ ਜਿੰਨਾ ਸਤਿਕਾਰ ਕਲਗੀਧਰ ਪਾਤਸ਼ਾਹ ਨੇ ਕੀਤਾ, ਸ਼ਾਇਦ ਕਿਸੇ ਹੋਰ ਮੁਰਸ਼ਦ ਨੇ ਨਹੀਂ ਕੀਤਾ, ਕਿਸੇ ਹੋਰ ਵਲੀ ਨੇ ਨਹੀਂ ਕੀਤਾ। ਜਦੋਂ ਕਾਜੀ ਦੇ ਹੱਥ ਵਿੱਚ ਕੁਰਾਨੇ ਪਾਕ ਵੇਖੀ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਸ ਕੁਰਾਨ ਦਾ ਸਤਿਕਾਰ ਕਰਦਿਆਂ, ਕਿਉਂਕਿ ਇੱਕ ਧਰਮ ਪੁਸਤਕ ਹੈ, ਸਿੱਖ ਵੀ ਸਾਰੇ ਧਰਮਾਂ ਦਾ ਸਤਿਕਾਰ ਕਰੇ, ਪਰ ਇਹਦਾ ਇਹ ਮਤਲਬ ਨਹੀਂ ਕਿ ਦੂਜਿਆਂ ਵਿੱਚ ਮਰਜ ਹੋ ਜਾਵੇ। ਸਾਡੀ ਇੱਕ ਨਿਵੇਕਲੀ ਹਸਤੀ ਸਤਿਗੁਰਾਂ ਨੇ ਬਖਸ਼ੀ ਹੈ। ਅੱਜ ਹਾਲਾਤ ਵੇਖ ਲਈਏ, ਆਪਣੇ ਦਾੜੇ ਅਸੀਂ ਸੰਭਾਲ ਨਹੀਂ ਸਕੇ, ਤੇ ਜਿਹੜਾ ਕੱਲ ਦਿਹਾੜਾ ਲੰਘਿਆ ਆਪਣੇ ਦਾੜੇ ਸੰਭਾਲ ਨਹੀਂ ਸਕੇ, ਤੇ ਬੱਚਿਆਂ ਨੂੰ ਨਕਲੀਆਂ ਦਾੜੀਆਂ ਲਾ ਕੇ ਅਸੀਂ ਸੈਂਟਾ ਕਲੌਜ਼ ਬਣਾ ਕੇ ਬੜੇ ਖੁਸ਼ ਹੋ ਰਹੇ ਹਾਂ। ਮੈਂ ਫਿਰ ਕਹਾਂ, ਧਰਮ ਸਾਰੇ ਚੰਗੇ ਨੇ, ਉਹ ਇੱਕ ਉਹਨਾਂ ਦੇ ਧਰਮ ਦਾ ਇੱਕ ਕਰੈਕਟਰ, ਚਲੋ ਸਾਰੇ ਆਪਣੀ ਥਾਂ ਚੰਗੇ ਨੇ। ਇੱਕ ਦਿਨ ਸਿੱਖ ਵੀ ਜਿਹੜੇ ਨੇ ਉਸ ਜਾਦੂ ਦੇ ਵਿੱਚ ਐਸੇ ਮਸਤ ਹੁੰਦੇ ਨੇ ਕਿ ਆਪਣੇ ਬੱਚਿਆਂ ਨੂੰ ਸੈਂਟਾ ਕਲੌਜ਼ ਬਣਾ ਕੇ ਬੜੀ ਖੁਸ਼ੀ ਮਹਿਸੂਸ ਕਰਦੇ ਨੇ, ਭੁੱਲ ਜਾਂਦੇ ਨੇ ਕਿ ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਲੰਘ ਰਹੇ ਨੇ। ਮਾਫ ਕਰਨਾ, ਇੱਕ ਕੌੜੀ ਸੱਚਾਈ ਕਹਿ ਦਿਆਂ, ਸਿੱਖ ਤਾਂ 365 ਦਿਨ ਸੈਂਟਾ ਕਲੌਜ਼ ਬਣ ਕੇ ਦੁਨੀਆ ਦਾ ਭਲਾ ਕਰ ਰਿਹਾ ਹੈ। 365 ਦਿਨ ਭੁੱਖਿਆਂ ਨੂੰ ਲੰਗਰ ਵਰਤਾ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਦਾ ਯਤਨ ਕਰ ਰਿਹਾ ਹੈ। ਅਸੀਂ ਆਪਣੇ 364 ਦਿਨ ਭੁਲਾ ਕੇ ਇੱਕ ਦਿਨ ਕਿਉਂ ਕਿਸੇ ਦੇ ਮਗਰ ਲੱਗ ਜਾਂਦੇ ਹਾਂ? ਸਿੱਖ ਤੋਂ ਵੱਡਾ ਸੈਂਟਾ ਕਲੌਜ਼ ਕਿਹੜਾ? ਅਸੀਂ ਦੁਨੀਆ ਦੀ ਚਾਲ ਦੇ ਵਿੱਚ ਉਹਨਾਂ ਨਾਲ ਉਹਨਾਂ ਵਰਗੇ ਹੋ ਗਏ। ਤੇ ਮੇਰੇ ਸਤਿਗੁਰੂ ਨੇ ਫਰਮਾਇਆ ਸੀ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਇਹ ਕਿਹੜਾ ਮਾਰਗ ਸੀ? ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ। ਅਸੀਂ ਕਿਹੜੇ ਮਾਰਗ ਤੇ ਟੁਰ ਪਏ? ਸਾਨੂੰ ਤਾਂ ਨਿਰਾਲਾ ਮਾਰਗ ਦੱਸਿਆ ਸੀ, ਅਸੀਂ ਕਿਉਂ ਦੂਜਿਆਂ 'ਚ ਮਰਜ ਹੁੰਦੇ ਜਾ ਰਹੇ ਹਾਂ? ਆਪਣੀ ਹੋਂਦ ਨੂੰ ਪਛਾਣੋ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੋ। ਭੱਟ ਸਲ ਜੀ ਬਚਨ ਕਰ ਰਹੇ ਨੇ, ਮੈਂ ਗੁਰੂ ਅਰਜਨ ਦੇਵ ਜੀ ਦੇ ਰੱਬੀ ਗੁਣ ਵਿਚਾਰ ਕੇ ਆਪਣੇ ਜੀਵਨ ਵਿੱਚ ਧਾਰਨ ਕੀਤੇ ਨੇ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਦਾ ਆਗਮਨ ਹੋਇਆ। ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ। ਨਿਰੰਕਾਰ ਪਰਮੇਸ਼ਵਰ ਨੇ ਦਰੋਂ ਘਰੋਂ ਖੁਸ਼ੀਆਂ ਦਾ ਪਾਤਰ ਬਣਾ ਕੇ ਸਾਰੀਆਂ ਆਸਾਂ ਪੂਰਨ ਕੀਤੀਆਂ। ਗੁਰੂ ਕਰਦਾ ਹੈ ਕਿਉਂਕਿ ਗੁਰੂ ਸਮਰੱਥ ਹੈ। ਅਸੀਂ ਸਮਰੱਥ ਦੇ ਵਿੱਚ ਆਪਣੀ ਸੁਰਤ ਨੂੰ ਰਲਾ ਨਹੀਂ ਸਕੇ, ਸਮਰੱਥ ਦੇ ਭੋਰੇ ਨਹੀਂ ਬਣ ਸਕੇ। ਸਤਿਗੁਰੂ ਦਸਮ ਪਾਤਸ਼ਾਹ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ, ਕਿਲਾ ਛੱਡਿਆ, ਪਰ ਸਤਿਗੁਰਾਂ ਨੇ ਆਪਣਾ ਜਿਹੜਾ ਟਾਰਗੇਟ ਸੀ ਨਾ, ਟਾਰਗੇਟ ਨਹੀਂ ਛੱਡਿਆ। ਸਤਿਗੁਰਾਂ ਨੇ, ਕਈ ਇਤਿਹਾਸਕਾਰਾਂ ਨੇ ਜਿਹੜੇ ਸਿੱਖ ਵਿਰੋਧੀ ਸਨ ਨਾ, ਭੁਲੇਖਾ ਪਾਉਣ ਦਾ ਯਤਨ ਕੀਤਾ ਕਿ ਸਤਿਗੁਰਾਂ ਨੇ ਫੌਜਾਂ ਸਮੇਤ ਸਰੈਂਡਰ ਕੀਤਾ। ਉਹ ਭੁੱਲਿਓ, ਜਿਹੜੇ ਸਰੈਂਡਰ ਕਰਦੇ ਨੇ ਹੱਥ ਖੜੇ ਕਰਕੇ ਬਾਹਰ ਆਉਂਦੇ ਨੇ। ਸਤਿਗੁਰੂ ਦਾ ਖਾਲਸਾ ਤਿਆਰ ਬਰ ਤਿਆਰ ਹੋ ਕੇ, ਸ਼ਸਤਰ ਧਾਰੀ ਹੋ ਕੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਸ਼ਸਤਰ ਨਾਲ ਨੇ, ਜੇ ਸ਼ਸਤਰ ਨਾ ਹੁੰਦੇ ਤੇ ਸਰਸਾ ਦੇ ਕੰਢੇ
ਜਿਹੜਾ ਯੁੱਧ ਹੋਇਆ, ਗੁਰੂ ਕੇ ਸਿੱਖ ਕਿਵੇਂ ਟਾਕਰਾ ਕਰਦੇ? ਅਸੀਂ ਭੁਲੇਖੇ 'ਚ ਪੈ ਰਹੇ ਹਾਂ। ਸਤਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦਾ ਸਰੂਪ ਹੈ, ਕਲਗੀਧਰ ਸਮਰੱਥ ਪਿਤਾ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਆਪ ਸਰਵ ਕਲਾ ਦੇ ਸੁਆਮੀ ਨੇ। ਹੁਣ ਜਦੋਂ ਅਸੀਂ ਛੋਟੇ ਸਾਹਿਬਜ਼ਾਦੇ ਦੀ ਗੱਲ ਕਰੀਏ, ਤੁਸੀਂ ਜਾਣਦੇ ਹੋ ਜਦੋਂ ਸਰਸਾ ਦੇ ਕੰਢੇ ਪਰਿਵਾਰ ਵਿਛੋੜਾ ਹੋਇਆ ਤੇ ਕਲਗੀਧਰ ਪਾਤਸ਼ਾਹ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਕਿਉਂਕਿ ਸਮਾਂ ਨਹੀਂ, ਤੁਸੀਂ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਇਤਿਹਾਸ ਸਰਵਣ ਕਰ ਰਹੇ ਹੋ। ਇੱਥੇ ਮਾਤਾ ਗੁਜਰ ਕੌਰ ਜੀ ਦੇ ਨਾਲ ਕਲਗੀਧਰ ਪਾਤਸ਼ਾਹ ਦੇ 2 ਛੋਟੇ ਸਾਹਿਬਜ਼ਾਦੇ ਜਦੋਂ ਦਰਿਆ ਦੇ ਕੰਢੇ ਤੁਰੇ ਜਾਂਦੇ ਨੇ, ਅਜੇ ਗੰਗੂ ਨਾਲ ਮੇਲ ਨਹੀਂ ਹੋਇਆ। ਤੇ ਤੁਸੀਂ ਜਾਣਦੇ ਹੋ ਸਿੱਖ ਕਦੀ ਦੇਣਾ ਨਹੀਂ ਜੇ ਦੇ ਸਕਦਾ ਇਹਨਾਂ ਮਹਾਨ ਹਸਤੀਆਂ ਦਾ। ਇੱਕ ਇਤਿਹਾਸ ਹੀ ਜ਼ਿਕਰ ਆਉਂਦਾ ਹੈ ਲక్ష్ਮੀ ਬਾਹਮਣੀ, ਤੇ ਇੱਕ ਜ਼ਿਕਰ ਆਉਂਦਾ ਕੁੰਮਾ ਮਾਸ਼ਕੀ। ਕੁੰਮੇ ਮਾਸ਼ਕੀ ਨੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਆਪਣੇ ਝੌਂਪੜੇ ਵਿੱਚ ਰੱਖਿਆ। ਲక్ష్ਮੀ ਬਾਹਮਣੀ ਨੇ ਭੋਜਨ ਛਕਾਇਆ। ਮੈਂ ਬੇਨਤੀ ਕਰਾਂ ਸਮੁੱਚੀ ਸਿੱਖ ਕੌਮ ਨੂੰ, ਭਾਵੇਂ ਮਾਤਾ ਲక్ష్ਮੀ ਬਾਹਮਣੀ ਹੈ, ਭਾਵੇਂ ਕੁੰਮਾ ਮਾਸ਼ਕੀ ਹੈ, ਭਾਵੇਂ ਮੋਤੀ ਲਾਲ ਮਹਿਰਾ ਜੀ ਨੇ, ਭਾਵੇਂ ਟੋਡਰ ਮਲ ਜੀ ਨੇ, ਸਿੱਖ ਕੌਮ ਤਾਂ ਜ਼ਿੰਦਗੀ ਇਹਨਾਂ ਦਾ ਦੇਣਾ ਨਹੀਂ ਦੇ ਸਕਦੀ। ਇਹਨਾਂ ਦੀ ਭਾਵਨਾ ਤੇ ਸ਼ਰਧਾ ਨੂੰ ਸਦ ਨਮਸਕਾਰ। ਅੱਜ ਅਸੀਂ ਟਕੇ ਟਕੇ ਪਿੱਛੇ ਨੋਟ ਤੇ ਵੋਟ ਦੇ ਮਗਰ ਲੱਗ ਕੇ ਗੁਰੂ ਤੋਂ ਬੇਮੁਖ ਹੋ ਗਏ ਹਾਂ। ਉਹਨਾਂ ਨੂੰ ਵੇਖੋ ਜਿਨ੍ਹਾਂ ਦਾ ਸਿੱਖੀ ਦੇ ਨਾਲ ਕੋਈ ਸੰਬੰਧ ਨਹੀਂ, ਦੂਜੇ ਧਰਮਾਂ ਦੇ ਨੇ, ਪਰ ਗੁਰੂ ਕੇ ਪਰਿਵਾਰ ਦੇ ਲਈ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਨੇ। ਕੋਈ ਛੋਟੀ ਗੱਲ ਹੈ? ਇੱਕ ਗਿਲਾਸ ਦੁੱਧ ਦਾ ਛਕਾਇਆ ਮਾਤਾ ਗੁਜਰ ਕੌਰ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ। ਮੋਤੀ ਲਾਲ ਮਹਿਰਾ ਜੀ ਦਾ ਸਾਰਾ ਪਰਿਵਾਰ ਕੋਲੂ 'ਚ ਪੀੜਿਆ ਗਿਆ। ਇਹ ਖੁਸ਼ੀਆਂ ਨੇ ਕਲਗੀਧਰ ਪਾਤਸ਼ਾਹ ਦੀਆਂ, ਜਿਨ੍ਹਾਂ ਨੇ ਆਪਣੇ ਸਰੀਰ ਦਾ ਪਵਿੱਤਰ ਰੱਤ ਡੋਲ ਕੇ ਲਈਆਂ ਨੇ, ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਇਹ ਖੁਸ਼ੀਆਂ ਲਈਆਂ ਨੇ। ਅਸੀਂ ਤੇ ਅੰਮ੍ਰਿਤ ਵੇਲੇ ਦੀਆਂ ਕੁਝ ਘੜੀਆਂ ਦੀਆਂ ਕੁਰਬਾਨੀਆਂ ਨਹੀਂ ਦੇ ਸਕਦੇ। ਅਸੀਂ ਤੇ ਸਰਦੀ ਦੇ ਵਿੱਚ ਰਜ਼ਾਈ ਤਿਆਗਣ ਨੂੰ ਤਿਆਰ ਨਹੀਂ ਕਿ ਅੱਧਾ ਘੰਟਾ ਪਹਿਲੇ ਉੱਠ ਕੇ ਨਿਤਨੇਮ ਕਰ ਲਈਏ। ਗੱਲ ਕਰਦੇ ਹਾਂ ਸਿੱਖੀ ਦੀ। ਇਹ ਪੈਂਡਾ ਬੜਾ ਲੰਮੇਰਾ ਜੇ, ਇਹ ਪੈਂਡਾ ਸੌਖਾ ਨਹੀਂ। ਇਹ ਤਾਂ ਸਿਰ ਤਲੀ ਦੇ ਧਰਨ ਵਾਲੀ ਗੱਲ ਹੈ। ਆਮ ਤੌਰ ਤੇ ਅਸੀਂ ਸਾਹਿਬਜ਼ਾਦਿਆਂ ਲਈ ਇੱਕ ਲਫ਼ਜ਼ ਵਰਤਨੇ ਆ, ਸੂਰਮਾ। ਲਫ਼ਜ਼ ਬੜਾ ਪਿਆਰਾ ਜੇ। ਸਮਾਂ ਨਹੀਂ ਕੇਵਲ ਬੋਲ ਕੇ ਲੰਘਾਂਗਾ। ਸੂਰਮਾ ਲਫ਼ਜ਼ 3 ਅੱਖਰਾਂ ਨੂੰ ਜੋੜ ਕੇ ਬਣਿਆ ਜੇ, ਸੱਸਾ ਰਰਾ ਮਮਾ। ਇੱਕ ਬੜਾ ਵੱਡਾ ਭੇਤ ਲੁਕਿਆ ਹੋਇਆ। ਹੁਣ ਸਾਹਿਬਜ਼ਾਦਿਆਂ ਦੇ ਜੀਵਨ ਦੇ ਅੱਖਰ ਢੁਕਾ ਕੇ ਵੇਖਿਓ, ਇੱਕ ਇੱਕ ਅੱਖਰ ਇਨ ਬਿਨ ਸੱਚ ਜਾਪੇਗਾ। ਸੱਸੇ ਤੋਂ ਸੱਚ ਦੇ ਮਾਰਗ ਦੇ ਪਾਂਦੀ। ਸੂਰਮਾ ਜਦੋਂ ਤੱਕ ਸੱਚ ਦੇ ਮਾਰਗ ਤੇ ਨਹੀਂ ਨਾ ਟੁਰਿਆ, ਸੂਰਮਾ ਨਹੀਂ ਜੇ ਬਣਿਆ ਜਾਂਦਾ। ਵੈਸੇ ਸੂਰਮੇ 2 ਪ੍ਰਕਾਰ ਦੇ ਨੇ। ਇੱਕ ਪੰਚਮ ਪਾਤਸ਼ਾਹ ਨੇ ਜ਼ਿਕਰ ਕੀਤਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਤ ਹੈ ਸੂਰਾ। ਆਤਮ ਜਿਹੜੇ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਜੋ ਸੱਚ ਦੇ ਮਾਰਗ ਦਾ ਪਾਂਦੀ ਹੈ। ਅਸੀਂ ਸਾਰੇ ਸਤਿਗੁਰੂ ਦੇ ਸਿੱਖ ਹਾਂ, ਸੱਚ ਦੇ ਮਾਰਗ ਤੇ ਟੁਰੀਏ, ਸੱਚੇ ਮਾਰਗ ਚੱਲਦੇ ਹਾਂ। ਉਸਤਤ ਕਰੇ ਜਹਾਨ, ਸਾਰੇ ਸੰਸਾਰ ਨੂੰ ਤੁਸੀਂ ਚੰਗੇ ਲੱਗੋਗੇ, ਪਰ ਸਮੇਂ ਦੀਆਂ ਹਕੂਮਤਾਂ ਨੂੰ ਭਾਵੇਂ ਸੱਚ ਦੇ ਮਾਰਗ ਤੇ ਟੁਰਨ ਵਾਲੇ ਕਦੇ ਚੰਗੇ ਨਹੀਂ ਲੱਗਦੇ। ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ, ਪਤਾ ਨਹੀਂ ਖਾਲਸੇ ਦੇ ਲਹੂ ਵਿੱਚ ਕਿੰਨੀ ਮਿਠਾਸ ਹੈ, ਪਤਾ ਨਹੀਂ ਕਿੰਨਾ ਕੁ ਮਿੱਠਾ ਖਾਲਸੇ ਦਾ ਲਹੂ। ਹਰ ਇੱਕ ਹਕੂਮਤ ਨੇ ਇਹਨੂੰ ਪੀਤਾ ਜ਼ਰੂਰ ਹੈ। ਭਾਵੇਂ ਮੁਗਲਾਂ ਦਾ ਸਮਾਂ ਸੀ, ਰੱਜ ਕੇ ਲਹੂ ਪੀਤਾ ਖਾਲਸੇ ਦਾ। ਭਾਵੇਂ ਅੰਗਰੇਜ਼ਾਂ ਦਾ ਸਮਾਂ ਸੀ, ਭਾਵੇਂ 84 ਦੀ ਸਰਕਾਰ ਸੀ, ਭਾਵੇਂ ਅਜੋਕੇ ਸਮੇਂ ਦੀ ਸਰਕਾਰ ਹੈ, ਰੱਤ ਸਾਰਿਆਂ ਨੇ ਖਾਲਸੇ ਦਾ ਪੀਤਾ। ਤੇ ਖਾਲਸਾ ਵੀ ਸਦਾ ਇੱਕ ਚੜ੍ਹੰਦੀਆਂ
ਅਗਾਂਹ ਹੋ ਕੇ ਕੁਰਬਾਨੀਆਂ ਦੇਣ ਨੂੰ ਤਿਆਰ ਹੋਇਆ, ਪਰ ਕੁਰਬਾਨੀਆਂ ਉਹੀ ਦੇ ਸਕਦਾ ਜਿਹੜਾ ਸੱਚ ਦੇ ਮਾਰਗ ਦਾ ਪਾਂਦੀ ਹੈ। ਜਿਹੜਾ ਲੱਭ ਲੋਭ ਦੇ ਵਿੱਚ ਵਿਕਿਆ ਭਲਾ ਉਹਨੇ ਕੀ ਕੁਰਬਾਨੀ ਦੇਣੀ ਹੈ? ਤੇ ਇੱਕ ਬੇਨਤੀ ਕਰਦੇ ਹਾਂ, ਗੁਰਬਾਣੀ ਤੋਂ ਬਿਨਾਂ ਕੁਰਬਾਨੀ ਸੰਭਵ ਨਹੀਂ। ਪੁਰਾਤਨ ਸਿੰਘਾਂ ਦਾ ਇਤਿਹਾਸ ਪੜ੍ਹ ਲਓ, ਜਿਨ੍ਹਾਂ ਨੇ ਆਪਣੇ ਸੀਸ ਗੁਰੂ ਦੇ ਚਰਨਾਂ ਤੋਂ ਵਾਰੇ ਨੇ, ਉਹਨਾਂ ਦੇ ਪੱਲੇ ਗੁਰਬਾਣੀ ਦਾ ਧਨ ਸੀ। ਆ ਜਿਹੜੇ ਕਹਿੰਦੇ ਨੇ ਲੋੜ ਪਿਆ ਤੇ ਸੀਸ ਦੇ ਦਿਆਂਗੇ, ਨਹੀਂ ਦਿੱਤਾ ਜਾਣਾ ਜਦੋਂ ਦੇ ਸੱਚ ਦੇ ਮਾਰਗ ਦੇ ਪਾਂਧੀ ਨਹੀਂ ਬਣੇ। ਸੱਚ ਦੇ ਮਾਰਗ ਦੇ ਪਾਂਧੀ ਬਣਨਾ ਪਏਗਾ। ਗੱਲਾਂ ਕਰਨੀਆਂ ਬੜੀਆਂ ਸੁਖਾਲੀਆਂ ਨੇ, ਇਸ ਮਾਰਗ ਤੇ ਟੁਰਿਆਂ ਪਤਾ ਲੱਗਣਾ। ਜਿਨ੍ਹਾਂ ਨੇ ਵੀ ਕੁਰਬਾਨੀ ਦਿੱਤੀ ਹੈ ਨਾ, ਉਹਨਾਂ ਦੇ ਜੀਵਨ ਵਿੱਚ ਗੁਰਬਾਣੀ, ਨਿਤਨੇਮ, ਭਾਵੇਂ ਪੁਰਾਤਨ ਸਿੰਘਾਂ ਨੂੰ ਵੇਖ ਲਓ ਤੇ ਭਾਵੇਂ ਅਜੋਕੇ ਸਮੇਂ ਦੇ ਜਿਹੜੇ ਸ਼ਹੀਦ ਹੋਏ ਨੇ ਪਿਛਲੇ 20-30 ਵਰਿਆਂ ਦੇ ਵਿੱਚ, ਬਾਣੀ ਦੇ ਵਿੱਚ ਪਰਪੱਕ ਗੁਰੂ ਕੇ ਸਿੱਖ ਪਿਆਰੇ। ਸਤਸੰਗੀ ਜਨੋ, ਇਬਾਦਤ ਤੋਂ ਬਿਨਾਂ ਸ਼ਹਾਦਤ ਸੰਭਵ ਨਹੀਂ। ਇਸ ਗੱਲ ਨੂੰ ਗੁਰੂ ਕੇ ਚਾਰੇ ਸਾਹਿਬਜ਼ਾਦਿਆਂ ਨੇ ਜਾਣ ਲਿਆ ਸੀ। ਮੈਂ ਇਤਿਹਾਸ ਪੜ੍ਹ ਰਿਹਾ ਸਾਂ, ਕਲਗੀਧਰ ਪਾਤਸ਼ਾਹ ਨੇ ਪੌਂਟਾ ਸਾਹਿਬ ਦੀ ਪਵਿੱਤਰ ਧਰਤੀ ਤੇ ਜਾਪ ਸਾਹਿਬ ਦੀ ਬਾਣੀ ਉਚਾਰਨ ਕੀਤੀ। ਮੈਂ ਇਤਿਹਾਸ ਪੜ੍ਹ ਕੇ ਹੈਰਾਨ ਹੋਇਆ। ਨਿੱਕੀ ਉਮਰੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਜਾਪ ਸਾਹਿਬ ਕੰਠ ਕਰ ਲਿਆ ਸੀ। ਇਹ ਕਈ ਥਾਵਾਂ ਤੇ ਪ੍ਰਕਰਨ ਆਉਂਦਾ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਬਾਣੀ ਉਹਨਾਂ ਨੂੰ ਕੰਠ ਸੀ, ਬਾਣੀ ਪੜ੍ਹਿਆ ਕਰਦੇ ਸਨ। ਇੱਥੋਂ ਤੱਕ ਇਤਿਹਾਸ ਦੇ ਵਿੱਚ ਦਰਜ ਕੀਤਾ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਦੁਨਿਆਵੀ ਆਰਜਾ 12 ਵਰੇ ਸੀ ਨਾ, ਜਦੋਂ ਗੁਰੂ ਦਾ ਹੁਕਮ ਮੰਨ ਕੇ ਪਹਿਲਾ ਯੁੱਧ ਲੜਿਆ, ਜਦੋਂ ਪਠਾਣਾਂ ਦੇ ਕੋਲੋਂ ਇੱਕ ਬ੍ਰਾਹਮਣ ਦੀ ਔਰਤ ਨੂੰ ਛੁਡਾਉਣ ਗਏ, ਜਦੋਂ ਮਹਾਰਾਜ ਨੇ ਇਸ਼ਾਰਾ ਕੀਤਾ ਆਪਣੇ ਸਾਹਿਬਜ਼ਾਦਿਆਂ ਵੱਲ, ਸਾਹਿਬਜ਼ਾਦਾ ਅਜੀਤ ਸਿੰਘ ਜੀ ਜਾਉਣਗੇ, ਇਹ ਜੱਥੇ ਦੀ ਕਮਾਨ ਕਰਨਗੇ, ਤੇ ਆਪਣਾ ਨਿਤਨੇਮ ਉਹ ਸਵੇਰੇ ਅੰਮ੍ਰਿਤ ਵੇਲੇ ਕਰ ਚੁੱਕੇ ਸਨ। ਸਤਿਗੁਰਾਂ ਨੇ ਜਦੋਂ ਆਗਿਆ ਦਿੱਤੀ, ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ, ਪਿਤਾ ਕੋਲੋਂ ਥਾਪੜਾ ਲਿਆ ਤੇ ਫਿਰ ਅਗਾਂਹ ਗਏ। ਦੇਖੋ ਸਾਹਿਬਜ਼ਾਦਿਆਂ ਨੂੰ ਬਾਣੀ ਤੇ ਕਿੰਨਾ ਮਾਣ ਸੀ। ਨਹੀਂ ਤੇ ਗੁਰੂ ਦੇ ਸਾਹਿਬਜ਼ਾਦੇ ਨੇ ਮਨ ਆਈਆਂ ਨਹੀਂ ਕੀਤੀਆਂ, ਗੁਰੂ ਨਾਨਕ ਦੀ ਰਜ਼ਾ ਵਿੱਚ ਰਹੇ, ਗੁਰੂ ਪੂਰੇ ਦੇ ਹੁਕਮ ਦੇ ਵਿੱਚ ਜੀਵਨ ਵੀ ਜੀਵਿਆ ਤੇ ਸ਼ਹੀਦੀਆਂ ਪ੍ਰਾਪਤ ਕਰਕੇ ਇੱਕ ਮਾਣ ਮੱਤਾ ਇਤਿਹਾਸ ਕਾਇਮ ਕੀਤਾ। ਸਤਿਗੁਰੂ ਕਿਰਪਾ ਕਰਨ। ਸੂਰਮੇ ਦਾ ਪਹਿਲਾ ਅੱਖਰ ਹੈ ਸੱਸਾ, ਸੱਚ ਦੇ ਮਾਰਗ ਦਾ ਪਾਂਧੀ, ਤੇ ਦੂਜਾ ਅੱਖਰ ਹੈ ਰਾਰਾ, ਰਹਿਮ। ਜਦੋਂ ਤੱਕ ਰਹਿਮ ਨਹੀਂ ਨਾ ਗੁਰੂ ਕੇ ਸਿੱਖ ਕੋਲ, ਸੂਰਮਾ ਨਹੀਂ ਜੇ ਹੋ ਸਕਦਾ। ਤਲਵਾਰ ਤਾਂ ਔਰੰਗਜ਼ੇਬ ਦੇ ਹੱਥ ਵਿੱਚ ਵੀ ਹੈ, ਪਰ ਰਹਿਮ ਨਹੀਂ। ਉਹ ਵੀ ਤਲਵਾਰ ਦਾ ਧਨੀ ਹੈ, ਪਰ ਅੱਜ ਦੁਸ਼ਟਾਂ ਦੇ ਵਿੱਚ, ਅੱਜ ਪਾਪੀਆਂ ਦੇ ਵਿੱਚ ਉਹਦਾ ਜ਼ਿਕਰ ਆਉਂਦਾ ਹੈ, ਕਿਉਂਕਿ ਰਹਿਮ ਨਹੀਂ। ਉਹੀ ਕਲਗੀਧਰ ਪਾਤਸ਼ਾਹ ਦੇ ਪਾਸ ਉਹੀ ਕਿਰਪਾਨ, ਤਲਵਾਰ ਉਹੀ ਹੈ, ਉਹੀ ਲੋਹੇ ਦਾ ਟੁਕੜਾ ਜਿਹੜਾ ਔਰੰਗਜ਼ੇਬ ਕੋਲ ਹੈ, ਦੂਜਾ ਕਲਗੀਧਰ ਪਾਤਸ਼ਾਹ ਕੋਲ ਹੈ, ਪਰ ਕਲਗੀਧਰ ਪਾਤਸ਼ਾਹ ਦੀ ਕਿਰਪਾਨ ਦੇ ਵਿੱਚ ਰਹਿਮ ਹੈ। ਔਰੰਗਜ਼ੇਬ ਕੋਲ ਰਹਿਮ ਨਹੀਂ, ਦਇਆ ਨਹੀਂ। ਤੇ ਬਾਬਾ ਜੀ ਫਰਮਾਉਂਦੇ ਨੇ, ਜਦੋਂ ਤੱਕ ਦਇਆ ਨਹੀਂ ਨਾ ਤੇਰੇ ਜੀਵਨ ਵਿੱਚ ਪ੍ਰਗਟ ਹੋਈ, ਧਰਮ ਕਦੇ ਪ੍ਰਗਟ ਨਹੀਂ ਹੋਏਗਾ। ਧੌਲ ਧਰਮ ਦਇਆ ਕਾ ਪੂਤ, ਦਇਆ ਦਾ ਪੁੱਤਰ ਹੈ ਧਰਮ। ਜੇ ਦਇਆ ਨਹੀਂ, ਧਰਮੀ ਕਿਵੇਂ ਬਣੇਗਾ? ਤੇ ਸੂਰਮੇ ਦਾ ਤੀਜਾ ਅੱਖਰ ਜੇ ਸੱਸਾ, ਸੱਚ ਦੇ ਮਾਰਗ ਦਾ ਪਾਂਧੀ, ਰਾਰਾ ਰਹਿਮ ਕਰਨ ਵਾਲਾ, ਤੇ ਤੀਜਾ ਅੱਖਰ ਮਮਾ, ਬੜਾ ਪਿਆਰਾ ਲਫ਼ਜ਼ ਜੇ, ਜਿਹੜਾ ਪਾਪੀਆਂ ਨੂੰ ਸੰਘਾਰਨ ਵਾਲਾ, ਜਿਹੜਾ ਮਲੇਛ ਦਾ ਨਾਸ਼ ਕਰਨ ਵਾਲਾ। ਕਿਉਂਕਿ ਜਦੋਂ ਹੱਥ ਵਿੱਚ ਸ਼ਸਤਰ ਫੜਿਆ ਨਾ, ਤੇ ਫਿਰ ਆਪਣੇ ਨਿਜ ਲਈ ਨਹੀਂ ਵਰਤਣਾ, ਮਲੇਛ ਦਾ ਨਾਸ਼ ਕਰਨ ਵਾਸਤੇ। ਤੇ ਸਾਹਿਬਜ਼ਾਦਿਆਂ ਨੇ ਜਿਹੜੀਆਂ ਅਦੁੱਤੀ ਸ਼ਹਾਦਤਾਂ ਦਿੱਤੀਆਂ ਨੇ ਨਾ, ਉਹ ਮਲੇਛ ਦੇ ਰਾਜ ਨੂੰ ਖਤਮ ਕਰਨ ਲਈ ਕਲਗੀਧਰ ਪਾਤਸ਼ਾਹ ਦੀ ਇੱਕ ਬੜੀ ਵੱਡੀ ਕ੍ਰਾਂਤੀ ਸੀ, ਜੋ ਕ੍ਰਾਂਤੀ ਗੁਰੂ ਨਾਨਕ ਸਾਹਿਬ ਨੇ ਪੈਦਾ ਕੀਤੀ। ਤੇ ਕਲਗੀਧਰ ਪਾਤਸ਼ਾਹ ਨੇ ਆਪਣਾ ਪਰਿਵਾਰ ਦਾ ਪਵਿੱਤਰ ਲਹੂ ਡੋਲ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ। ਇਸ ਮੁਲਕ ਦੇ ਵਿੱਚ ਇੱਕ ਐਸੀ ਕ੍ਰਾਂਤੀ ਸੰਸਾਰ ਦੇ ਵਿੱਚ ਪੈਦਾ ਕੀਤੀ ਜੋ ਆਪਣੇ ਆਪ ਦੇ ਵਿੱਚ ਇੱਕ ਅਦੁੱਤੀ ਮਿਸਾਲ ਹੈ। ਅੱਜ ਦੇ ਦਿਹਾੜੇ
ਆ ਵੇਖੋ ਕਿੰਨਾ, ਕਦੇ ਸਰਹੰਦ ਦੀ ਧਰਤੀ ਤੇ ਜਾਓ, ਅੱਜ ਕੱਲ੍ਹ ਵਰਗੀ ਠੰਡ ਨਹੀਂ। ਕੱਲ ਵੀ ਦਾਸ ਬੇਨਤੀ ਕਰ ਰਿਹਾ ਸੀ, ਅੱਜ ਕੱਲ੍ਹ ਤਾਂ ਕੇਵਲ 15 ਦਿਨਾਂ ਦੀ ਠੰਡ ਹੈ। ਅੱਜ ਤੋਂ 20 ਸਾਲ ਪਿੱਛੇ ਚਲੇ ਜਾਓ, ਸਤੰਬਰ ਤੋਂ ਲੈ ਕੇ ਮਾਰਚ ਤੱਕ ਠੰਡ ਦਾ ਮੌਸਮ ਹੁੰਦਾ ਸੀ। ਅੱਜ ਤੋਂ 300 ਸਾਲ ਪਹਿਲੇ ਕੈਸੀ ਠੰਡ ਪੈਂਦੀ ਹੋਏਗੀ। ਉਸ ਭਰ ਸਰਦੀ ਦੇ ਵਿੱਚ ਯਾਤਨਾ ਦੇਣ ਦੇ ਲਈ ਪਹਿਲਾਂ ਤਾਂ ਮੋਰਿੰਡੇ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੋਈ ਗਰਮ ਬਸਤਰ ਨਹੀਂ ਦਿੱਤੇ ਗਏ, ਕੋਈ ਭੋਜਨ ਨਹੀਂ ਦਿੱਤਾ ਗਿਆ। ਫਿਰ ਠੰਡੇ ਬੁਰਜ ਵਿੱਚ ਰੱਖਿਆ। ਜਦੋਂ ਸਤਿਗੁਰਾਂ ਨੇ ਈਨ ਨਾ ਮੰਨੀ, ਅੱਜ ਦੇ ਦਿਨ ਜਦੋਂ ਕਚਹਿਰੀ ਵਿੱਚ ਪੇਸ਼ ਹੋਏ ਨਾ, ਤੁਸੀਂ ਜਾਣਦੇ ਹੋ, ਜਾਣ ਕੇ ਵੱਡਾ ਬੂਹਾ ਬੰਦ ਕਰ ਦਿੱਤਾ ਗਿਆ, ਛੋਟਾ ਬੂਹਾ ਖੋਲਿਆ ਕਿ ਜਦੋਂ ਸਾਹਿਬਜ਼ਾਦੇ ਸੀਸ ਝੁਕਾ ਕੇ ਅੰਦਰ ਆਉਣਗੇ ਅਸੀਂ ਤਾੜੀਆਂ ਮਾਰਾਂਗੇ। ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੇ ਈਨ ਮੰਨ ਲਈ। ਉਹ ਭੋਲੇ ਕੀ ਜਾਣਨ, ਜਿਨ੍ਹਾਂ ਦੀਆਂ ਰਗਾਂ ਵਿੱਚ ਕਲਗੀਧਰ ਪਾਤਸ਼ਾਹ ਦਾ ਪਵਿੱਤਰ ਲਹੂ ਪ੍ਰਗਟ ਹੋਇਆ ਹੋਵੇ, ਉਹ ਭਲਾ ਈਨ ਕਿੱਥੇ ਮੰਨਦੇ ਨੇ। ਸਤਿਗੁਰਾਂ ਨੇ ਛੋਟੇ ਦਰਵਾਜ਼ੇ ਤੋਂ ਪ੍ਰਵੇਸ਼ ਕਰਨ ਸਮੇਂ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣੇ ਪਾਵਨ ਚਰਨ ਅੰਦਰ ਧਰੇ, ਸਮੇਂ ਦੀ ਸਰਕਾਰ ਨੂੰ ਆਪਣੀ ਜੁੱਤੀ ਦੀ ਨੋਕ ਤੇ ਰੱਖਿਆ। ਇਹ ਇਤਿਹਾਸ ਆਪ ਸਭ ਜਾਣਦੇ ਹੋ, ਲੇਕਿਨ ਬਾਰ-ਬਾਰ ਤਾਂ ਦੁਹਰਾਈਦਾ ਵੀ ਅੱਜ ਦੇ ਬੱਚੇ ਨੂੰ ਪਤਾ ਲੱਗੇ, ਜਿਸ ਬੱਚੇ ਨੇ ਇਤਿਹਾਸ ਨਹੀਂ ਸੁਣਿਆ, ਨੌਜਵਾਨਾਂ ਨੂੰ ਪਤਾ ਲੱਗੇ ਅਸੀਂ ਕਿਸ ਵਿਰਸੇ ਦੇ ਮਾਲਕ ਹਾਂ। ਜਦੋਂ ਕਚਹਿਰੀ 'ਚ ਪੇਸ਼ ਹੋਏ, ਗੱਜ ਕੇ ਫਤਿਹ ਬੁਲਾਈ, ਮੁਗਲਾਂ ਨੂੰ ਭੜਥੂ ਪੈ ਗਏ, ਕਹਿਣ ਲੱਗੇ ਜੀ ਇਹ ਦਰਬਾਰ ਤੇ ਤੁਹਾਡੇ ਬਾਪੂ ਦਾ ਨਹੀਂ, ਇਹ ਸਾਡਾ ਦਰਬਾਰ ਹੈ, ਇੱਥੇ ਸਲਾਮ ਵਾਲੇਕੁਮ ਕਰੋ, ਸੀਸ ਨਵਾਓ। ਸਾਹਿਬਜ਼ਾਦਿਆਂ ਨੇ ਕਿਹਾ ਅਸੀਂ ਕੇਵਲ ਅਕਾਲ ਦੀ ਫਤਿਹ ਬੁਲਾਉਂਦੇ ਹਾਂ, ਸਾਡਾ ਮਾਲਕ ਹਰ ਵੇਲੇ ਅੰਗ ਸੰਗ ਉਹ ਨਿਰੰਕਾਰ ਪਰਮਾਤਮਾ ਹੈ। ਅੱਜ ਦਾ ਸਿੱਖ ਫਤਿਹ ਬੁਲਾਉਣ ਤੋਂ ਵੀ ਗਿਆ। ਧੰਨ ਨੇ ਉਹ ਗੁਰੂ ਕੇ ਸਿੱਖ ਜਿਹੜੇ ਇੱਕ ਦੂਜੇ ਨੂੰ ਮਿਲ ਕੇ ਫਤਿਹ ਬੁਲਾਉਂਦੇ ਨੇ। ਪਹਿਲਾਂ ਅਸੀਂ ਫਤਿਹ ਤੋਂ ਆਏ ਸਤਿ ਸ੍ਰੀ ਅਕਾਲ ਤੇ, ਸਤਿ ਸ੍ਰੀ ਅਕਾਲ ਤੋਂ ਫਿਰ ਆਏ ਸੀ ਹਾਏ ਹੈਲੋ ਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ SSA। ਹੁਣ SSA ਤੋਂ ਵੀ ਚਲੇ ਗਏ, ਕੇਵਲ ਹੱਥ ਜੋੜ ਕੇ ਇੱਕ ਦੂਜੇ ਨੂੰ ਬਸ ਕੰਮ ਨਿਬੇੜ ਦੇਣੇ ਆ, ਫਤਿਹ ਤਾਂ ਰਹਿ ਹੀ ਗਈ। ਕਿੱਥੋਂ ਟੁਰੇ ਸਾਂ, ਕਿੱਥੇ ਪਹੁੰਚੇ ਆ। ਅੱਜ ਅਸੀਂ ਹਾਏ ਹੈਲੋ ਦੇ ਵਿੱਚ ਮਾਣ ਮਹਿਸੂਸ ਕਰਨੇ ਆ। ਹੁਣ ਜਿੱਥੇ ਹਰ ਵੇਲੇ ਹਾਏ ਹਾਏ ਹੋ ਰਹੀ ਏ, ਉੱਥੇ ਭਲਾ ਸੁੱਖ ਕੀ ਹੋਣਗੇ। ਸਲੋਕ ਵਾਰਾਂ ਤੇ ਵਧੀਕ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ, ਹਾਏ ਹਾਏ ਕੌਣ ਕਰਦੇ ਨੇ? ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਅਸੀਂ ਵੀ ਤਾਂ ਹਾਏ ਹਾਏ ਕਰ ਰਹੇ ਹਾਂ। ਹੁਣ ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਸਮਝ ਲਓ ਅਸੀਂ ਕੀ ਕਰ ਰਹੇ ਹਾਂ, ਪਾਪ ਕਰ ਰਹੇ ਹਾਂ ਕਿ ਸਿੱਖੀ ਕਮਾ ਰਹੇ ਹਾਂ। ਸੋ ਗੁਰੂ ਸਵਾਰਿਓ, ਜਦੋਂ ਤੱਕ ਆਪਣੇ ਅੰਦਰ ਦੇ ਮਲੇਸ਼ ਨੂੰ ਨਹੀਂ ਨਾ ਮਾਰਿਆ, ਲੱਭ ਲੋਭ ਅਹੰਕਾਰ ਨੂੰ ਨਹੀਂ ਨਾ ਮੁਕਾਇਆ, ਅਸੀਂ ਬਾਹਰਲੇ ਮਲੇਸ਼ ਦੇ ਨਾਲ ਟਾਕਰਾ ਲੈ ਹੀ ਨਹੀਂ ਸਕਦੇ। ਬੇਨਤੀ ਕਰਾਂ, ਸਿੱਖ ਹੁੰਦੇ ਸਨ ਤਿਆਰ ਬਰ ਤਿਆਰ ਸ਼ਸਤਰਧਾਰੀ, ਹਰ ਵੇਲੇ ਪਾਪ ਦੇ ਵਿਰੁੱਧ ਜੰਗ ਕਰਨ ਵਾਲੇ। ਅੱਜ ਸਾਡਾ ਆਪਣਾ ਪਾਪ ਇੰਨਾ ਹਾਵੀ ਹੋ ਗਿਆ, ਅਸੀਂ ਆਪਣੇ ਆਪ ਕਲਯੁਗ ਦੇ ਅੱਗੇ ਸਰੈਂਡਰ ਕਰੀ ਬੈਠੇ ਹਾਂ। ਗੁਰੂ ਸਵਾਰਿਓ, ਜਦੋਂ ਅਸੀਂ ਗੱਲ ਕਰਦੇ ਹਾਂ ਸ਼ਸਤਰਾਂ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਹਥਿਆਰਾਂ ਦੀ, ਉਹ ਨਿੱਕੀ ਆਰਜਾ ਦੇ ਵਿੱਚ ਉਹਨਾਂ ਨੂੰ ਸ਼ਸਤਰਾਂ ਦੀ ਕਿੰਨੀ ਟ੍ਰੇਨਿੰਗ ਹੋਏਗੀ। 392 ਫੱਟ ਸਾਹਿਬਜ਼ਾਦਾ ਅਜੀਤ ਸਿੰਘ ਦੇ ਸਰੀਰ ਤੇ ਜਿਹੜੇ ਵੱਜੇ ਨੇ, ਕਦੇ ਵਿਚਾਰਿਓ ਇਸ ਗੱਲ ਨੂੰ। ਤਲਵਾਰਬਾਜ਼ ਵੀ ਨੇ, ਤੀਰਅੰਦਾਜ਼ ਵੀ ਨੇ, ਕਟਾਰ ਚਲਾਉਣ ਦੇ ਵਿੱਚ ਮਾਹਰ ਨੇ, ਭਾਲਾ ਚਲਾਉਣ ਦੇ ਵਿੱਚ ਮਾਹਰ ਨੇ। ਆਖਰ ਇੰਨੀਆਂ ਨਿੱਕੀਆਂ ਉਮਰਾਂ ਦੇ ਵਿੱਚ ਇੰਨੀ ਟ੍ਰੇਨਿੰਗ, ਤੇ ਅਸੀਂ ਅਵਲ ਤੇ ਸਾਡੇ ਕੋਲੋਂ ਕਿਰਪਾਨਾਂ ਘਰੋਂ ਨਿਕਲਦੀਆਂ ਨਹੀਂ। ਮਾਫ ਕਰਨਾ, ਕੌੜੀ ਸੱਚਾਈ। ਜੇ ਕਿਤੇ ਤੁਸੀਂ ਸ੍ਰੀ ਸਾਹਿਬਾਂ ਘਰ ਰੱਖੀਆਂ ਵੀ ਨੇ ਨਾ, 10-10 ਸਾਲ ਉਹ ਮਿਆਨ ਦੇ ਵਿੱਚ ਹੀ ਜੰਗਾਲੀਆਂ ਗਈਆਂ, ਕਦੇ ਕੱਢਣ ਦਾ ਯਤਨ ਕਰੋ, ਤੁਹਾਡੇ ਕੋਲ ਸ੍ਰੀ ਸਾਹਿਬਾਂ ਨਹੀਂ ਨਿਕਲਣੀਆਂ। ਮਾਫ ਕਰਨਾ, ਜੇ ਕਿਤੇ ਸ੍ਰੀ ਸਾਹਿਬ ਤੁਹਾਡੇ ਘਰੋਂ ਨਿਕਲ ਆਂਦੀ ਨਾ, ਤੇ 84 ਦੇ ਵਿੱਚ ਜੋ ਸਾਡੇ ਨਾਲ ਧੱਕਾ ਹੋਇਆ, ਘਰ ਪਿਆਂ ਨੂੰ ਅੱਗ ਲਾ ਕੇ ਜਿਹੜਾ ਸਾੜ ਦਿੱਤਾ, ਹੋ ਸਕਦਾ ਹੈ ਸਾਡੇ ਵਿੱਚੋਂ ਜਿਹੜੇ ਅੱਧੇ ਸਨ ਨਾ, ਉਹ ਬਚ ਜਾਂਦੇ ਜੇ ਸ੍ਰੀ ਸਾਹਿਬਾਂ ਘਰੋਂ ਨਿਕਲ ਆਉਂਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ
ਆਪਣੇ ਸੁਚੱਜੇ ਮਾਰਗ ਤੇ ਟੁਰਨ ਦੀ ਬਖਸ਼ਿਸ਼। ਸਤਿਗੁਰੂ ਫਰਮਾਉਂਦੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੋ ਜਸ ਵਖਾਣਿਓ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੁਸੀਂ ਜਨਮ ਤੋਂ ਹੀ ਗੁਰਮਤ ਦੇ ਤੱਤ ਨੂੰ ਪਛਾਣਿਆ। ਇਤਿਹਾਸ ਗਵਾਹ ਹੈ, ਧੰਨ ਸ੍ਰੀ ਗੁਰੂ ਅੰਗਦ ਦੇਵ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਸਨ ਨਾ, ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ ਸਨ, ਉਹਨਾਂ ਦੀ ਦੁਨਿਆਵੀ ਆਰਜਾ ਲਗਭਗ 17 ਵਰੇ। ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਏ ਸਨ, ਉਹਨਾਂ ਦੀ ਦੁਨਿਆਵੀ ਆਰਜਾ 62 ਵਰੇ। ਜੀਵਨ ਦੀ ਬਹੁਤੀ ਆਰਜਾ ਗੁਜ਼ਾਰ ਚੁੱਕੇ ਸਨ। ਜਦੋਂ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਏ ਸਨ, ਦੁਨਿਆਵੀ ਆਰਜਾ ਲਗਭਗ 11 ਵਰੇ। ਪਰ ਜਦੋਂ ਪੰਚਮ ਪਾਤਸ਼ਾਹ ਦਾ ਇਤਿਹਾਸ ਪੜ੍ਹਨੇ ਆ, ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਜਦੋਂ ਆਗਮਨ ਹੋਇਆ ਤੇ ਜਨਮ ਦੇ ਸਮੇਂ ਤੋਂ ਹੀ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਦੀ ਖੁਸ਼ੀ ਦੇ ਪਾਤਰ ਬਣੇ। ਤੇ ਨਿੱਕੇ ਹੁੰਦਿਆਂ ਤੋਂ ਹੀ, ਕਿਉਂਕਿ ਵੈਸੇ ਤਾਂ ਗੁਰੂ ਸਮਰੱਥ ਹੈ, ਰੱਬ ਦਾ ਰੂਪ ਹੈ, ਪਰ ਜਨਮ ਤੋਂ ਹੀ ਗੁਰਮਤ ਦੀ ਪਛਾਣ, ਗੁਰਮਤ ਦੀ ਪੜ੍ਹਾਈ ਨਿਰੰਕਾਰ ਨੇ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਜੀ ਦੇ ਕੋਲੋਂ, ਆਪਣੇ ਨਾਨਾ ਜੀ ਦੇ ਕੋਲੋਂ ਗੁਰਮਤ ਦੀ ਸਿੱਖਿਆ ਲਈ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਗੁਰਮਤ ਦੇ ਵਿੱਚੋਂ, ਗੁਰੂ ਦੇ ਉਪਦੇਸ਼ ਦੇ ਵਿੱਚੋਂ ਪਰਮੇਸ਼ਵਰ ਨੂੰ ਪਛਾਣਿਆ, ਪਰਮੇਸ਼ਵਰ ਨੂੰ ਪ੍ਰਗਟ ਕੀਤਾ। ਕਲ ਜੋੜ ਕਰ ਸੋ ਜਸ ਵਖਾਣਿਓ, ਭਗਤ ਕਲ ਜੀ, ਕਲ ਭੱਟ ਜੀ ਹੱਥ ਜੋੜ ਉਸ ਸੋਹਣੇ ਗੁਰੂ ਦਾ ਬੜੇ ਸੁੰਦਰ ਢੰਗ ਦੇ ਨਾਲ, ਇੱਕ ਇੱਕ ਅੱਖਰ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਜਸ ਗਾਉਂਦੇ ਨੇ। ਭਗਤ ਜੋਗ ਕੋ ਜੈਤਵਾਰ ਹਰ ਜਨਕ ਉਪਾਇਓ, ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਦਾ ਬਿਆਨ ਕਰਦੇ ਹਾਂ। ਭਗਤ ਸਲ ਜੀ, ਭਗਤ ਕਲ ਜੀ ਇਹ ਫਰਮਾਉਂਦੇ ਨੇ ਕਿ ਜੋਗ ਨੂੰ ਜਿੱਤਿਆ, ਗੁਰਮਤ ਨੂੰ ਦ੍ਰਿੜ ਕੀਤਾ, ਗੁਰਮਤ ਦੇ ਆਸ਼ੇ ਅਨੁਸਾਰ ਕੇਵਲ ਉਪਦੇਸ਼ ਨਹੀਂ ਦਿੱਤਾ, ਸਗੋਂ ਆਪਣੇ ਜੀਵਨ ਦੇ ਵਿੱਚ ਆਪ ਉਸ ਉਪਦੇਸ਼ ਨੂੰ ਕਮਾਇਆ। ਤੁਸੀਂ 10 ਪਾਤਸ਼ਾਹੀਆਂ ਦਾ ਇਤਿਹਾਸ ਪੜ੍ਹੋ, ਸਤਿਗੁਰਾਂ ਨੇ ਜੋ ਉਪਦੇਸ਼ ਜਗਤ ਵਿੱਚ ਵਰਤਾਇਆ ਨਾ, ਪਹਿਲਾਂ ਆਪ ਉਸ ਤੇ ਅਮਲ ਕੀਤਾ। ਹੇ ਸਤਿਗੁਰੂ ਪੰਚਮ ਪਾਤਸ਼ਾਹ ਜੀ, ਤੁਸੀਂ ਭਗਤੀ ਕਮਾਈ ਹੈ, ਤੁਸੀਂ ਗੁਰਮਤ ਨੂੰ ਦ੍ਰਿੜ ਕੀਤਾ, ਤੁਸੀਂ ਪਰਮੇਸ਼ਵਰ ਦੇ ਘਰ ਜਨਕ ਰੂਪ ਹੋ ਕੇ ਪ੍ਰਗਟ ਹੋਏ ਹੋ। ਜਨਕ ਲਫ਼ਜ਼ ਬਾਣੀ ਦੇ ਵਿੱਚ ਕਈ ਥਾਵਾਂ ਤੇ ਵਰਤਿਆ, ਗੁਰੂ ਸਾਹਿਬ ਨੇ, ਭਾਈ ਗੁਰਦਾਸ ਜੀ ਨੇ ਬੜੇ ਥਾਵਾਂ ਤੇ ਵਰਤਿਆ। ਬੜਾ ਸਤਿਕਾਰਯੋਗ ਲਫ਼ਜ਼, ਇਹ ਕਿਸੇ ਪਰਟੀਕੂਲਰ ਰਾਜੇ ਲਈ ਨਹੀਂ, ਕਈ ਥਾਵਾਂ ਤੇ ਰਾਜੇ ਲਈ ਵੀ ਆਇਆ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਗਤ ਭੱਟ ਕਲ ਜੀ ਦੀ ਰਸਨਾ ਤੋਂ, ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ। ਜੀਵਨ ਵਿੱਚ ਸ਼ਬਦ ਦਾ ਪ੍ਰਕਾਸ਼। ਫਿਰ ਬੇਨਤੀ ਕਰਾਂ, ਸ਼ਬਦ ਤੋਂ ਬਿਨਾ ਜੀਵਨ ਦੀ ਖੇਡ ਅਧੂਰੀ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਸੀ ਨਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਜਦੋਂ ਤੱਕ ਸ਼ਬਦ ਦਾ ਪ੍ਰਕਾਸ਼ ਹਿਰਦੇ ਵਿੱਚ ਨਹੀਂ ਹੋਇਆ, ਤਾਂ ਤੱਕ ਸਿੱਖ ਅਧੂਰਾ ਹੈ। ਤੇ ਪੰਚਮ ਪਾਤਸ਼ਾਹ ਨੇ ਇਹੋ ਬਿਧ ਬਣਾ ਕੇ ਜੀਵਨ ਵਿੱਚ ਸਿੱਖ ਨੂੰ ਧਾਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਧੰਨ ਸ੍ਰੀ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ, ਕਿਰਪਾ ਨਿਧਾਨ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਤੇ ਬਖਸ਼ਿਸ਼ਾਂ ਦੇ ਸੋਮੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਤੋਂ ਪ੍ਰਗਟ ਹੋਈਆਂ ਬਖਸ਼ਿਸ਼ਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਖੁਸ਼ੀਆਂ ਦੇ ਪਾਤਰ ਬਣੇ ਤੇ ਉੱਤਮ ਪਦ ਦੀ ਪ੍ਰਾਪਤੀ ਕੀਤੀ। ਗੁਰ ਅਰਜਨ
ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਇੱਥੇ ਹੁਣ ਅਰਧ ਵਿਸਰਾਮ ਲਾਉਣ ਵੇਲੇ ਧਿਆਨ ਰੱਖਣਾ ਹੈ। ਜਦੋਂ ਸਿੰਘ ਸਾਹਿਬ ਇਸ ਪਾਵਨ ਸ਼ਬਦ ਦਾ ਉਚਾਰਨ ਕਰ ਰਹੇ ਸਨ ਨਾ ਹੁਕਮਨਾਮੇ ਦੇ ਰੂਪ ਦੇ ਵਿੱਚ, ਤੇ ਬੜਾ ਮਨ ਪ੍ਰਸੰਨ ਹੋਇਆ। ਜੇ ਕਿਤੇ ਬਾਣੀ ਦੇ ਵਿੱਚ ਤੁਸੀਂ ਅਰਧ ਵਿਸਰਾਮ ਗਲਤ ਥਾਂ ਤੇ ਲਾ ਦਿਓਗੇ ਨਾ ਤੇ ਅਰਥ ਬਦਲ ਜਾਣਗੇ। ਤੁਸੀਂ ਸਿੰਘ ਸਾਹਿਬ ਦੀ ਰਚਨਾ ਤੋਂ ਸਰਵਣ ਕੀਤਾ ਗੁਰ ਅਰਜਨ, ਜੇ ਹੁਣ ਅਸੀਂ ਪੜਾਂਗੇ ਗੁਰ ਅਰਜਨ ਘਰ, ਅਰਥ ਬਦਲ ਜਾਣਗੇ, ਅਰਥ ਦੇ ਅਨਰਥ ਹੋ ਜਾਣਗੇ ਕਿ ਗੁਰੂ ਅਰਜਨ ਦੇ ਘਰ। ਨਹੀਂ ਪਿਆਰਿਓ, ਗੁਰ ਅਰਜਨ ਇੱਥੇ ਅਰਧ ਵਿਸਰਾਮ ਲਾਉਣਾ ਹੈ। ਗੁਰ ਅਰਜਨ ਘਰ ਗੁਰੂ ਰਾਮਦਾਸ, ਗੁਰੂ ਰਾਮਦਾਸ ਜੀ ਦੇ ਘਰ, ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਗੁਰੂ ਅਰਜਨ ਦੇਵ ਜੀ ਪ੍ਰਗਟ ਹੋਏ ਨੇ। ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਉਸ ਸੋਹਣੇ ਰੱਬ ਦੇ ਰੂਪ ਦੇ ਪਰਮੇਸ਼ਵਰ ਦੇ ਭਗਤ ਦਾ ਆਗਮਨ ਹੋਇਆ। ਸੋ ਐਸੇ ਸਤਿਗੁਰਾਂ ਦੀ ਵਡਿਆਈ ਕਰਦੇ ਹਾਂ। ਭਗਤ ਕੱਲ ਜੀ ਬੜੇ ਬਾਕਮਾਲ ਬਚਨਾਂ ਦੇ ਨਾਲ ਕਿਰਤਾਰਥ ਕਰਦੇ ਨੇ। ਜਿੰਨਾ ਕੁ ਸਮਾਂ ਰਹਿ ਗਿਆ, ਇੱਕ ਬੇਨਤੀ ਕਰਕੇ ਸਮਾਪਤੀ ਵੱਲ ਆਵਾਂ। ਸਤ ਸੰਗੀਓ, ਜਦੋਂ ਅਸੀਂ ਗੁਰੂ ਦੇ ਬਚਨਾਂ ਨੂੰ ਦ੍ਰਿੜ ਕਰਨ ਦੀ ਗੱਲ ਕਰਦੇ ਹਾਂ, ਜਿਵੇਂ ਹੁਣੇ ਵਿਚਾਰ ਚੱਲੀ ਸੀ ਨਾ ਕਿ ਸਤਿਗੁਰਾਂ ਨੇ ਖੰਡਾ ਹੀ ਕਿਉਂ ਵਰਤਿਆ, ਇਸੇ ਤਰ੍ਹਾਂ ਇੱਕ ਵਿਚਾਰ ਤੁਹਾਡੇ ਨਾਲ ਸਾਂਝੀ ਕਰਕੇ ਫਤਿਹ ਬੁਲਾ ਦੇਣੀ ਹੈ। ਸਾਧ ਸੰਗਤ ਜੀ, ਜਦੋਂ ਸਤਿਗੁਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਜਦੋਂ ਪੰਚਾਂ ਨੂੰ ਇਹ ਅੰਮ੍ਰਿਤ ਵਰਤਾਉਣ ਲੱਗੇ, ਦੇਖਣਾ ਗੁਰੂ ਦੀ ਹਰ ਗੱਲ ਵਿੱਚ ਕਿਹੜਾ ਸਿਧਾਂਤ ਲੁਕਿਆ ਹੋਇਆ। ਜਦੋਂ ਅੰਮ੍ਰਿਤ ਵਰਤਾਉਣ ਲੱਗੇ, ਹੁਣ ਸਤਿਗੁਰੂ ਚਾਹੁੰਦੇ ਤਾਂ ਕਿਸੇ ਬਰਤਨ ਦੇ ਵਿੱਚ ਵੀ ਅੰਮ੍ਰਿਤ ਛਕਾ ਸਕਦੇ ਸਨ, ਪਰ ਸਤਿਗੁਰਾਂ ਨੇ ਸਿੱਖ ਨੂੰ ਓਕ ਬਣਾਉਣ ਲਈ ਕਿਹਾ। ਓਕ, ਆ ਹੱਥ ਜੋੜ ਲਈਏ ਨਾ ਜਦੋਂ ਉਂਗਲਾਂ ਇਕੱਠੀਆਂ ਕਰ ਲਈਏ, ਇਹਨੂੰ ਕਹਿੰਦੇ ਨੇ ਓਕ। ਬਾਣੀ 'ਚ ਕਈ ਥਾਵਾਂ ਤੇ ਲਫ਼ਜ਼ ਆਉਂਦਾ। ਸਤਿਗੁਰਾਂ ਨੇ ਕਿਸੇ ਬਰਤਨ ਦੇ ਵਿੱਚ ਅੰਮ੍ਰਿਤ ਨਹੀਂ ਜੇ ਪਿਆਇਆ। ਸਤਿਗੁਰਾਂ ਨੇ ਸਿੱਖ ਨੂੰ ਹੁਕਮ ਕੀਤਾ, ਤੁਸੀਂ ਵੇਖੋ ਜਿਹੜੇ ਅੰਮ੍ਰਿਤਧਾਰੀ ਹੋ, ਤੁਸੀਂ ਜਾਣਦੇ ਹੋ, ਜਦੋਂ ਗੁਰੂ ਕੇ 5 ਸਿੰਘ ਸਾਹਿਬਾਨ, 5 ਪਿਆਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਦੇ ਵਿੱਚ ਜਦੋਂ ਅੰਮ੍ਰਿਤ ਛਕਾਉਂਦੇ ਨੇ ਨਾ, ਪਹਿਲੇ ਸਿੱਖ ਨੂੰ ਕਿਹਾ ਜਾਂਦਾ, ਸਿੱਖਾ ਓਕ ਬਣਾ, ਹੱਥ ਜੋੜ। ਇਹ ਸਤਿਗੁਰਾਂ ਨੇ ਕਿਹੜੀ ਖੇਡ ਵਰਤਾਈ ਕਿ ਸਾਨੂੰ ਹੱਥ ਇਕੱਠੇ ਕਰਕੇ, ਉਂਗਲਾਂ ਇਕੱਠੀਆਂ ਕਰਕੇ ਇਹ ਅੰਮ੍ਰਿਤ ਦੀ ਦਾਤ ਬਖਸ਼ੀ। ਤੁਸੀਂ ਜਾਣਦੇ ਹੋ ਕੁਦਰਤ ਨੇ ਆ ਜਿਹੜੇ ਹੱਥ ਦੀਆਂ 5 ਉਂਗਲਾਂ ਬਣਾਈਆਂ ਨੇ ਨਾ, ਉਂਗਲਾਂ ਪੰਜੇ ਇੱਕੋ ਦੂਜੇ ਨਾਲ ਨਹੀਂ ਰਲਦੀਆਂ, ਸਭ ਵੱਖ-ਵੱਖ ਨੇ, ਕੋਈ ਨਿੱਕੀ ਹੈ, ਕੋਈ ਵੱਡੀ ਹੈ, ਠੀਕ ਹੈ ਜੀ। ਤੇ ਹੁਣ ਜਦੋਂ ਅਸੀਂ ਉਂਗਲਾਂ ਇਕੱਠੀਆਂ ਕਰ ਲੈਂਦੇ ਹਾਂ ਤੇ ਉਹ ਇੱਕ ਓਕ ਬਣ ਜਾਂਦੀ ਹੈ। ਫਿਰ ਅੰਮ੍ਰਿਤ ਦਾ ਚੂਲਾ ਜਿਹੜਾ ਨਾ ਉਹ ਹੇਠਾਂ ਨਹੀਂ ਡਿੱਗਦਾ। ਤੇ ਸਾਨੂੰ ਸਤਿਗੁਰੂ ਨੇ ਕੀ ਮਾਣ ਬਖਸ਼ਿਆ ਸੀ, ਕੀ ਸਿਧਾਂਤ ਬਖਸ਼ਿਆ ਸੀ ਕਿ ਇਸ ਸੰਸਾਰ ਦੇ ਵਿੱਚ ਜਿਹੜੇ ਜਾਤ ਪਾਤ ਦੇ ਭਿੰਨ ਭੇਦ ਨੇ, ਜਿਹੜੇ ਵਰਣ ਵੰਡ ਹੈ, ਜਿਹੜੇ ਆਪਣੇ ਆਪ ਨੂੰ ਉੱਚਾ ਤੇ ਦੂਜਿਆਂ ਨੂੰ ਨੀਵਾਂ ਸਮਝਦੇ ਨੇ, ਓਕ ਬਣਾ ਕੇ ਸਤਿਗੁਰਾਂ ਨੇ ਅੰਮ੍ਰਿਤ ਦੇ ਦਿੱਤਾ ਕਿ ਜਦੋਂ ਓਕ ਬਣ ਜਾਵੇ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਹੋ ਜਾਂਦੀਆਂ ਨੇ। ਸਿੱਖਾ, ਕਦੇ ਕਿਸੇ ਦੇ ਨਾਲ ਕੋਈ ਭੇਤ ਨਹੀਂ, ਕੋਈ ਕਿਸੇ ਤਰ੍ਹਾਂ ਦੀ ਵੰਡ ਨਹੀਂ, ਸਗੋਂ ਸਾਰਿਆਂ ਨੂੰ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਇਸ ਭਾਵਨਾ ਦੇ ਨਾਲ ਜੀਵਨ ਨੂੰ ਜਿਉਣਾ ਹੈ। ਜਿਸ ਤਰ੍ਹਾਂ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਵੰਡਣ ਵੇਲੇ ਇਹ ਉਂਗਲਾਂ ਸਾਰੀਆਂ ਇਕੱਠੀਆਂ ਕਰ ਦਿੱਤੀਆਂ। ਜਦੋਂ ਅਸੀਂ ਇਕੱਠੇ ਹੋ ਕੇ ਰਵਾਂਗੇ ਨਾ ਤੇ ਫਿਰ ਦੁਨੀਆ ਦੀ ਕੋਈ ਤਾਕਤ ਸਾਨੂੰ ਹਰਾ ਨਹੀਂ ਦੇ ਸਕਦੀ। ਤੇ ਸੱਚ ਕਹਿ ਦਿਆਂ, ਜੇ ਅਸੀਂ ਇਸੇ ਤਰ੍ਹਾਂ ਵੰਡੀਆਂ ਪਾਈ ਰੱਖੀਆਂ ਤੇ ਦੁਨੀਆ ਦੀ ਕੋਈ ਤਾਕਤ ਸਾਨੂੰ ਚੜ੍ਹਦੀ ਕਲਾ ਵਾਲੇ ਪਾਸੇ ਨਹੀਂ ਵੇਖ ਸਕਦੀ। ਆਪਣੇ ਆਪਣੇ ਧਰਮ ਦੇ ਵਿੱਚ ਕਾਇਮ ਰਹਿੰਦਿਆਂ, ਪਰਪੱਕ ਹੋਇਆਂ, ਸਾਰੇ ਧਰਮਾਂ ਦਾ ਸਤਿਕਾਰ ਕਰੀਏ ਤਾਂ ਜੋ ਗੁਰੂ ਦੀ ਖੁਸ਼ੀ ਦੇ ਪਾਤਰ ਬਣ ਸਕੀਏ, ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕੀਏ। ਸਾਧ ਸੰਗਤ ਜੀ, ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਕੀਦਤ ਪੇਸ਼ ਕਰਦੇ ਹਾਂ, ਭਾਵਨਾ ਦੇ ਨਾਲ, ਬੜੇ ਪਿਆਰ ਦੇ ਨਾਲ। ਇਹਨਾਂ ਦਿਨਾਂ ਦੇ ਵਿੱਚ, ਕੇਵਲ ਇਹਨਾਂ ਦਿਨਾਂ ਦੇ ਵਿੱਚ ਨਹੀਂ, ਸਗੋਂ ਇੱਕ ਆਦਤ, ਇੱਕ ਰੂਟੀਨ ਬਣ ਜਾਏ। ਪਿਛਲੇ ਦਿਨੀ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਘੱਟੋ ਘੱਟ ਇੱਕ ਗੱਲ ਤਾਂ ਆਰੰਭ ਕਰ ਦਈਏ, ਆਦਤ ਪਾ ਲਈਏ, ਕੋਈ ਸਿੱਖ ਦੂਜੇ ਸਿੱਖ ਨੂੰ ਕੌੜਾ ਨਾ ਬੋਲੇ।
ਸਭ ਨੂੰ ਸਤ ਬਚਨ ਕਹਿ ਕੇ ਪਿਆਰ ਦੇ ਨਾਲ ਇਹ ਆਪਾਂ ਆਦਤ ਪਾਉਣੀ ਹੈ। ਅੱਗੋਂ ਫਿਰ ਨਿਰੰਤਰ ਮਾਫ ਕਰਨਾ, ਜੇ ਸਿੱਖ ਨੂੰ ਸਿੱਖ ਦਾ ਸਤਿਕਾਰ ਕਰਨਾ ਨਹੀਂ ਆਇਆ ਤੇ ਸਿੱਖ ਕਿਸੇ ਹਿੰਦੂ ਵੀਰ ਦਾ, ਕਿਸੇ ਮੁਸਲਮਾਨ ਵੀਰ ਦਾ ਕੀ ਸਤਿਕਾਰ ਕਰੇਗਾ? ਜੇ ਸਾਨੂੰ ਆਪਣੇ ਪਰਿਵਾਰ ਵਿੱਚ ਹੀ ਮਿੱਠਾ ਬੋਲਣਾ ਨਹੀਂ ਆਇਆ ਤੇ ਦੂਜਿਆਂ ਨਾਲ ਕਿਵੇਂ ਮਿੱਠਾ ਬੋਲਾਂਗੇ? ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਭਾਵਨਾ ਵਸ ਹੋ ਕੇ ਜੀਵਨ ਨੂੰ ਜਿਉਣਾ ਕਰੀਏ ਜੀ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅੰਤ ਸ਼ੁਕਰਾਨੇ, ਜਿਨ੍ਹਾਂ ਨੇ ਤਰਸ ਕਰਕੇ ਆਪਣੀ ਗੋਦ ਦੇ ਵਿੱਚ ਬਹਿਣ ਦਾ ਮੌਕਾ ਬਖਸ਼ਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਵੀਰ, ਖਾਸ ਤੌਰ 'ਤੇ ਸਿੰਘ ਸਾਹਿਬਾਨ ਗਿਆਨੀ ਰਣਜੀਤ ਸਿੰਘ ਜੀ, ਸਮੁੱਚੇ ਟਹਿਲ ਕਰਨ ਵਾਲੇ ਸੇਵਾਦਾਰ, ਸਮੁੱਚੀਆਂ ਸੰਗਤਾਂ ਦਾ, ਸਮੁੱਚੇ ਪੰਥ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ। ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ। ਆਓ ਇਹ ਪੰਕਤੀ ਪੜ੍ਹ ਕੇ ਫਿਰ ਫਤਿਹ ਬੁਲਾਉਂਦੇ ਹਾਂ। ਦਾਸ ਦੀਆਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਸ ਦੇ ਵਿੱਚ ਪੰਚਮ ਪਾਤਸ਼ਾਹ ਦੀ ਉਸਤਤ ਕਰਦੇ ਹਾਂ ਭੱਟਾਂ ਦੇ ਇਹ ਬਚਨ। ਗੁਰ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਗੁਰ ਅਰਜਨ ਘਰ ਗੁਰ ਰਾਮਦਾਸ, ਭਗਤ ਉਤਰ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ।